ਵਾਹਿਗੁਰੂ ਸਾਹਿਬ ਜੀਓ। ਸ਼ਲੋਕ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਸਰਬ ਕਲਾ ਭਰਪੂਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕਰਕੇ ਆਪ ਜੀ ਨੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਅੱਜ ਦਾ ਜੋ ਜਪਜੀ ਸਾਹਿਬ ਦੀ ਬਾਣੀ ਵਿੱਚ ਸ਼ਲੋਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਜਪਜੀ ਸਾਹਿਬ ਦੇ ਅਖੀਰ ਦੇ ਉੱਤੇ ਇਹ ਸ਼ਲੋਕ ਉਚਾਰਨ ਕੀਤਾ ਹੈ। ਸ਼ਲੋਕ ਦੇ ਅਰਥ ਛੋਟੇ ਰੂਪ ਵਿੱਚ ਸ਼ਬਦ ਹੈ। ਪੌੜੀਆਂ ਦੇ ਅੰਦਰ ਸਤਿਗੁਰਾਂ ਨੇ ਬੜੇ ਲੰਮੇ ਵਿਸ਼ੇ ਇਸ ਬਾਣੀ ਵਿੱਚ ਕਹੇ ਨੇ। ਸ਼ਲੋਕ ਦਾ ਮਤਲਬ ਹੈ, ਪੌੜੀ ਦਾ ਭਾਵ ਹੈ ਜਿਹਦੇ ਉੱਤੇ ਚੜ੍ਹ ਕੇ ਉੱਚੀ ਥਾਂ ਤੇ ਪਹੁੰਚੀਦਾ ਹੈ। ਬਾਣੀ ਵਿੱਚ ਇਹ ਜੋ ਪੌੜੀਆਂ ਹਨ, ਅਸਲ ਵਿੱਚ ਬੰਦੇ ਦੇ ਜੀਵਨ ਨੂੰ ਇਸ ਖਾਕੀ ਜੀਵਨ ਤੋਂ ਚੁੱਕ ਕੇ ਉਸ ਦੀ ਦੁਨੀਆ ਤੱਕ ਲੈ ਜਾਣ ਵਾਸਤੇ ਬਣਾਈਆਂ ਗਈਆਂ ਪੌੜੀਆਂ ਹਨ। ਔਰ ਵਿੱਚ ਕਿਹਾ ਵੀ ਕਿ ਇਹ ਤਰਾਹੇ ਪਤ ਪੌੜੀਆਂ, ਇਹ ਜਿਹੜੀਆਂ ਪੌੜੀਆਂ ਹਨ ਬਾਣੀ ਵਿੱਚ, ਇਹ ਪੌੜੀਆਂ ਹਨ ਕਿ ਇਹਨਾਂ ਦੇ ਸਹਾਰੇ ਨਾਲ, ਇਹਨਾਂ ਦੇ ਉੱਤੇ ਜਿਵੇਂ ਇੱਕ ਆਦਮੀ ਕਿਸੇ ਮਕਾਨ ਦੀ ਛੱਤ ਤੇ ਚੜ੍ਹਦਾ ਹੈ ਤਾਂ ਪੌੜੀ ਉਸ ਦਾ ਸਹਾਰਾ ਬਣ ਜਾਂਦੀ ਹੈ। ਉਹਦੇ ਉੱਤੇ ਚੜ੍ਹ ਕੇ ਉਹ ਉੱਚੀ ਥਾਂ ਤੇ ਚਲਾ ਜਾਂਦਾ ਹੈ। ਇਸੇ ਤਰ੍ਹਾਂ ਅੰਤਰੀਬ ਤੌਰ ਤੇ ਸੁਰਤ ਨੂੰ, ਕਿਉਂਕਿ ਧਰਤੀ ਵਿੱਚ ਇੱਕ ਖਿੱਚ ਹੈ, ਪਰਮਾਤਮਾ ਨੇ ਆਦਮੀ ਨੂੰ ਇੱਥੇ ਸੰਸਾਰ ਦੇ ਵਿੱਚ ਸਰੀਰਕ ਤੌਰ ਤੇ
ਜਿੰਦਾ ਰੱਖਣ ਵਾਸਤੇ ਕੁਦਰਤ ਵਿੱਚ ਇਹ ਕਲਾ ਪਾ ਦਿੱਤੀ ਕਿ ਬੰਦੇ ਦੀ ਖਿੱਚ ਪਦਾਰਥਾਂ ਵੱਲ ਬਣੇ, ਤਾਂ ਕਿ ਇਹ ਥੋੜ੍ਹਾ ਜਿਹਾ ਸਰੀਰ ਨੂੰ ਪਾਲਣ ਦੀ ਰੁਚੀ ਇਹਦੇ ਵਿੱਚ ਬਣੇ, ਕੋਈ ਵਿਕਾਸ ਕਰੇਗਾ, ਕੋਈ ਧਨ ਕਮਾਏਗਾ, ਖਾਣਾ ਪੀਣਾ ਇਕੱਠਾ ਕਰੇਗਾ, ਉਪਰਾਲਾ ਕਰੇਗਾ। ਉਹਨੂੰ ਕਹਿੰਦੇ ਨੇ ਮਾਇਆ ਦੀ ਖਿੱਚ, ਜੋ ਹਰ ਇੱਕ ਮਨ ਵਿੱਚ ਪਾਈ ਹੈ ਪਰਮਾਤਮਾ ਨੇ। ਪਰ ਸਮਾਂ ਪਾ ਕੇ ਖਿੱਚ ਇੰਨੀ ਵੱਧ ਜਾਂਦੀ ਹੈ ਕਿ ਬੰਦਾ ਬਿਲਕੁਲ ਇਹਦੇ ਵਿੱਚ ਡੁੱਬ ਜਾਂਦਾ ਹੈ, ਇਹਦੇ ਅੰਦਰ ਹੀ ਉਹਦਾ ਜੀਵਨ ਜਿਹੜਾ ਹੈ ਨਸ਼ਟ ਹੋਣਾ ਸ਼ੁਰੂ ਹੋ ਜਾਂਦਾ। ਉਹਨੂੰ ਉਚਾਈ ਤੇ ਜਾਣਾ, ਸ਼ਬਦ ਨਾਲ ਜੁੜਨਾ, ਨਾਮ ਨਾਲ ਜੁੜਨਾ, ਇਹ ਚੀਜ਼ਾਂ ਭੁੱਲ ਜਾਂਦੀਆਂ ਨੇ। ਤਾਂ ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਹ ਬਾਣੀ ਰਚੀ, ਪੌੜੀਆਂ ਬਣਾਈਆਂ, ਤਾਂ ਕਿ ਇਹਨਾਂ ਪੌੜੀਆਂ ਦੇ ਰਾਹੀਂ ਇਸ ਆ ਜਿਹੜਾ ਖਾਕੀ ਜੀਵਨ ਹੈ, ਦਿਸਦਾ ਜੀਵਨ ਹੈ, ਇਹਦੇ ਵਿੱਚੋਂ ਬੰਦੇ ਦੀ ਸੁਰਤ ਉੱਚੀ ਉੱਠ ਜਾਏ। ਤਾਂ ਇਹ ਪੌੜੀਆਂ ਹਨ। ਪਹੁੰਚਣਾ ਕਿੱਥੇ ਹੈ? ਪੌੜੀਆਂ ਨੇ ਪਹੁੰਚਣਾ ਸ਼ਲੋਕ ਤੱਕ। ਸ਼ਲੋਕ ਦੇ ਅਰਥ ਨੇ, ਸੱਸੇ ਦਾ ਅਰਥ ਹੈ ਸੁੰਦਰ, ਲੋਕ ਦਾ ਅਰਥ ਹੈ ਦੁਨੀਆ। ਇਹਨਾਂ ਪੌੜੀਆਂ ਨੇ ਬੰਦੇ ਨੂੰ 100 ਲੋਕ ਤੱਕ ਲੈ ਕੇ ਜਾਣਾ, ਉਸ ਲੋਕ ਤੱਕ, ਉਸ ਦੁਨੀਆ ਤੱਕ ਜਿਹੜੀ ਬੜੀ ਸੁੰਦਰ ਹੈ, ਸੁੰਦਰਤਾ ਦਾ ਦੇਸ਼ ਹੈ। ਜਿਵੇਂ ਕਿ ਪਿਛਲੇ 5 ਖੰਡਾਂ ਵਿੱਚ ਇਹ 2-3 ਗੱਲਾਂ ਆਈਆਂ। ਇੱਕ ਵਿੱਚ ਬਚਨ ਕਿਹਾ ਵੀ ਕਰਮ ਖੰਡ ਕੀ ਬਾਣੀ ਜੋਰ, ਉਹਦੇ ਤੋਂ ਪਹਿਲਾਂ ਇੱਕ ਖੰਡ ਆਇਆ, ਉਹਨੂੰ ਕਹਿੰਦੇ ਸ਼ਰਮ ਖੰਡ ਕੀ ਬਾਣੀ ਰੂਪ। ਇਹ ਦੋਵੇਂ ਖੰਡ ਨੇ। ਸ਼ਰਮ ਖੰਡ ਦੀ ਬਾਣੀ ਜਿਹੜੀ ਇਹ ਸੁੰਦਰਤਾ ਹੈ, ਉਹ ਜਿਹੜਾ ਇਸ ਥਾਂ ਤੇ ਪਹੁੰਚ ਜਾਂਦਾ ਹੈ ਸ਼ਰਮ ਖੰਡ ਵਿੱਚ ਨਾਮ ਦੁਆਰਾ, ਉਹਦੇ ਅੰਦਰ ਸੁੰਦਰਤਾ ਦੀ ਇੰਨੀ ਪ੍ਰਤੀਤੀ ਹੁੰਦੀ ਹੈ ਕਿ ਉਹਨੂੰ ਬਾਹਰਲੀ ਦੁਨੀਆ ਸਾਰੀ ਕਰੂਪ ਲੱਗਣ ਲੱਗ ਪੈਂਦੀ ਹੈ। ਉਹਦੇ ਅੰਦਰ ਇੰਨੀ ਸੁੰਦਰਤਾ ਵੱਧ ਜਾਂਦੀ ਹੈ। ਤਾਂ ਹੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ। ਜਦੋਂ ਉਹਨੂੰ ਵੇਖਿਆ, ਦੀਦਾਰ ਕੀਤੇ, ਪ੍ਰਤੀਤ ਕੀਤਾ ਅਕਾਲ ਪੁਰਖ ਨੂੰ, ਤਾਂ ਸਹਿਜ ਸੁਭਾਏ ਇਹ ਸ਼ਬਦ ਨਿਕਲੇ ਕਿ ਸਾਰੀ ਸੁੰਦਰਤਾ ਹੈ ਤੇਰੇ ਵਿੱਚ। ਤਾਂ ਜਦੋਂ ਉਸ ਸੁੰਦਰਤਾ ਦੇ ਨਾਲ ਕਿਸੇ ਦਾ ਸੰਪਰਕ ਬਣ ਜਾਏ, ਜਿਹੜੀ ਨਾਮ ਦੀ ਸੁੰਦਰਤਾ ਹੈ, ਸੋਹਣਾਪਣ ਹੈ, ਤਾਂ ਇਹ ਜਿਹੜਾ ਬਾਹਰਲੀ ਦੁਨੀਆ ਹੈ, ਇਹ ਆਪਣੇ ਆਪ ਉਹਦੇ ਤੋਂ ਕਰੂਪ ਪ੍ਰਤੀਤ ਹੋਣ ਲੱਗ ਪੈਂਦੀ, ਜਾਂ ਉਹਦਾ ਹੀ ਜਲਵਾ ਹਰ ਇੱਕ ਰੂਪ ਦੇ ਵਿੱਚੋਂ ਦਿਸਣਾ ਸ਼ੁਰੂ ਹੋ ਜਾਂਦਾ ਹੈ, ਉਹਦਾ ਸਰੂਪ ਹੀ ਝਲਕਦਾ ਹੈ। ਤਾਂ ਉਸ ਨੂੰ ਕਹਿੰਦੇ ਨੇ ਸ਼ਲੋਕ। ਉੱਚੇ ਲੋਕ ਤੱਕ ਜਾਣਾ, ਸੁੰਦਰ ਲੋਕ ਤੱਕ ਚਲੇ ਜਾਣਾ। ਸਤਿਗੁਰੂ ਨੇ ਇਹਦੇ ਵਿੱਚ ਫਿਰ ਆਪਣੇ ਤਰੀਕੇ ਵਰਤੇ ਨੇ ਸ਼ਲੋਕ ਵਿੱਚ, ਕਿ ਮਨੁੱਖ ਇਸ ਜਗਤ ਵਿੱਚ ਆਇਆ, ਸਭ ਤੋਂ ਪਹਿਲਾਂ ਕੀ ਕਰੇ? ਕਹਿਣ ਲੱਗੇ ਇਸ ਸੰਸਾਰ ਨੂੰ ਇੱਕ ਖੇਡ ਸਮਝ ਲੈਣਾ ਚਾਹੀਦਾ ਹੈ। ਖੇਡ ਤੋਂ ਜ਼ਿਆਦਾ ਨਹੀਂ ਸਮਝਣਾ ਚਾਹੀਦਾ। ਬਚਨ ਆਇਆ ਕਿ ਖੇਲੈ ਸਗਲ ਜਗਤ। ਇਹਦੇ ਉੱਤੇ ਥੋੜ੍ਹੀ ਜਿਹੀ ਵਿਚਾਰ ਆਪਾਂ ਸਾਂਝੀ ਕਰੀਏ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਰਾਤ ਜਿਹੜੀ ਹੈ ਖਿਡਾਵੀ ਹੈ, ਦਿਨ ਖਿਡਾਵਾ ਹੈ। ਦਿਵਸ ਰਾਤ ਦੋਏ ਦਾਈ ਦਾਇਆ। ਰਾਤ ਖਿਡਾਉਂਦੀ ਹੈ, ਰਾਤ ਜਿਹੜੀ ਇਹ ਲੋਰੀ ਦਿੰਦੀ, ਸੁਆ ਦਿੰਦੀ ਆਦਮੀ ਨੂੰ, ਤੇ ਦਿਨ ਜਿਹੜਾ ਉਹ ਖਿਡਾਵਾ ਹੈ, ਉਹ ਸਾਰਾ ਦਿਨ ਬੰਦੇ ਨੂੰ ਖਿਡਾਉਂਦਾ ਰਹਿੰਦਾ, ਭਜਾਉਂਦਾ ਰਹਿੰਦਾ ਹੈ, ਦੌੜਾਉਂਦਾ ਰਹਿੰਦਾ ਹੈ। ਤਾਂ ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਇਹ ਹੈ ਸੰਸਾਰ ਅਸਲ ਵਿੱਚ ਇੱਕ ਖੇਡ, ਇਸ ਤੋਂ ਵੱਧ ਕੁਝ ਨਹੀਂ, ਤਮਾਸ਼ਾ ਹੈ। ਤੇ ਖੇਡ ਜਿਹੜੀ ਹੁੰਦੀ ਏ ਅਸਲ ਵਿੱਚ ਉਹ ਸੱਚ ਵੀ ਹੁੰਦੀ ਏ, ਪਰ ਉਹ ਝੂਠ ਵੀ ਹੁੰਦੀ ਹੈ। ਦੋ ਟੀਮਾਂ ਆਪਸ ਵਿੱਚ ਭਿੜਦੀਆਂ ਨੇ, ਦੋ ਗਰੁੱਪ ਆਪਸ ਵਿੱਚ, ਦੋ ਪਹਿਲਵਾਨ ਆਪਸ ਵਿੱਚ ਘੁਲਦੇ ਨੇ, ਤਾਂ ਉਹਨਾਂ ਵਿੱਚੋਂ ਇੱਕ ਨੇ ਢਹਿਣਾ ਹੈ। ਤਾਂ ਇੱਥੇ ਸੰਸਾਰ ਦੇ ਅੰਦਰ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਸੁਰਤ ਜੋੜ ਲਈ,
ਜਦੋਂ ਉੱਚੀ ਦੁਨੀਆ ਵਿੱਚ ਚਲੇ ਗਏ ਤੇ ਸਾਰਾ ਜਗਤ ਖੇਡਦਾ ਹੋਇਆ ਪ੍ਰਤੀਤ ਹੋਇਆ। ਇਹ ਆਪੋ ਆਪਣੀ ਖੇਡ ਹਰ ਕੋਈ ਖੇਡ ਰਿਹਾ। ਜਿਹੜਾ ਜਿਹੜਾ ਖਿੱਤਾ ਕਿਸੇ ਨੂੰ ਮਿਲਿਆ, ਜਿਹੜੇ ਜਿਹੜੇ ਕਰਮ ਉਹਨੇ ਪਿਛਲੇ ਕੀਤੇ ਨੇ, ਰੱਬ ਨੇ ਉਹਦੀ ਡਿਊਟੀ ਲਾਈ ਵੀ ਤੂੰ ਇਸ ਘਰ ਵਿੱਚ ਜਨਮ ਲੈਣਾ ਹੈ, ਇਹਨਾਂ ਇਹਨਾਂ ਥਾਵਾਂ ਤੇ ਖੇਡਣਾ ਹੈ, ਤੇ ਖੇਡਣ ਤੋਂ ਬਾਅਦ ਤੂੰ ਜਿੱਤਣਾ ਹੈ। ਇਹ ਗੱਲ ਪੱਕੀ ਹੈ। ਤੂੰ ਯਤਨ ਕਰਨਾ, ਜਿੱਤ ਜਾ। ਗੁਰੂ ਅਰਜਨ ਦੇਵ ਜੀ ਨੇ ਇਸ ਸੰਬੰਧ ਵਿੱਚ ਬਚਨ ਵੀ ਕੀਤਾ, ਉਦਾਹਰਨ ਦਿੱਤੀ ਅਖਾੜੇ ਦੀ, ਪਹਿਲਵਾਨਾਂ ਦੀ, ਔਰ ਉਸ ਅਖਾੜੇ ਵਿੱਚ ਹੁੰਦੇ ਘੋਲ ਦਾ ਵਰਣਨ ਕੀਤਾ ਗਿਆ ਕਿ ਜਿੱਥੇ ਪਹਿਲਵਾਨ ਬੜੇ ਬੜੇ ਵੱਡੇ ਫਿਰਦੇ ਨੇ, ਤੂੰ ਜਿੱਤਣਾ ਕਿਵੇਂ ਹੈ? ਹਾਰਨਾ ਨਹੀਂ। ਇੱਥੇ ਖੇਡ ਦੇ ਵਿੱਚ ਹਾਰਨਾ ਨਹੀਂ ਚਾਹੀਦਾ, ਫੇਲ ਨਹੀਂ ਹੋਣਾ ਇਹਦੇ ਵਿੱਚ। ਤਾਂ ਉੱਥੇ ਹਜ਼ੂਰ ਨੇ ਬਚਨ ਕੀਤੇ, ਕਹਿਣ ਲੱਗੇ ਵਾਤ ਵੱਜਣ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ। ਇੱਥੇ ਜਿਹੜਾ ਜਗਤ ਤਮਾਸ਼ਾ ਹੈ, ਜਿਹਨੂੰ ਖੇਲੈ ਸਗਲ ਜਗਤ ਕਿਹਾ ਹੈ, ਇਸ ਖੇਡ ਦੇ ਅੰਦਰ ਗੁਰੂ ਸਾਹਿਬ ਕਹਿੰਦੇ ਨੇ ਕਿ ਬੜੇ ਬੜੇ ਵੱਡੇ, ਵਾਤ ਦੇ ਅਰਥ ਨੇ ਵਾਜੇ ਵੱਜ ਰਹੇ ਨੇ, ਜਿਹੜੇ ਮੂੰਹ ਨਾਲ ਵਜਾਈਦੇ ਨੇ, ਬੜੇ ਬੜੇ ਵਾਜੇ। ਵਾਤ ਵੱਜਣ ਟਮਕ ਭੇਰੀਆਂ, ਮਲ ਲੱਥੇ। ਮਲ ਦਾ ਅਰਥ ਹੈ ਪਹਿਲਵਾਨ, ਲੱਥੇ ਉਸ ਅਖਾੜੇ ਵਿੱਚ ਘੁੰਮ ਰਹੇ ਨੇ, ਲੈਂਦੇ ਫੇਰੀਆਂ, ਤੇ ਚੌਵਾਂ ਪਾਸੇ ਘੁੰਮਦੇ ਨੇ, ਫੇਰੀਆਂ ਲੈ ਰਹੇ ਨੇ। ਉਸ ਅਖਾੜੇ ਦੇ ਵਿੱਚ ਤੂੰ ਘੁਲਣਾ ਹੈ। ਮਲ ਲੱਥੇ ਲੈਂਦੇ ਫੇਰੀਆਂ, ਨਿਹਤੇ ਪੰਜ ਜਵਾਨ ਮੈਂ, ਗੁਰ ਥਾਪੀ ਦਿੱਤੀ ਕੰਡ ਜੀਓ, ਹੋਂ ਗੋਸਾਈ ਦਾ ਪਹਿਲਵਾਨੜਾ। ਹਜ਼ੂਰ ਕਹਿੰਦੇ ਨੇ ਮੈਂ ਪਹਿਲਵਾਨ ਨਹੀਂ, ਪਹਿਲਵਾਨੜਾ ਹਾਂ। ਪਹਿਲਵਾਨੜੇ ਦਾ ਮਤਲਬ ਹੈ ਜਿਸ ਪਹਿਲਵਾਨ ਦੇ ਵਿੱਚ ਕੋਈ ਬਹੁਤੀ ਤਾਕਤ ਨਾ ਹੋਵੇ। ਗੁਰਸਿੱਖ ਦਾ ਮਤਲਬ ਇਹ ਹੈ ਕਿ ਇੱਕ ਪਾਸੇ ਤਾਂ ਉਹ ਮੁਸ਼ੱਕਤ ਵੀ ਕਰਦਾ, ਸਿੱਖੀ ਦੀ ਬਾਣੀ ਪੜ੍ਹਦਾ ਹੈ, ਸੇਵਾ ਕਰਦਾ ਹੈ, ਜੀਵਨ ਉੱਚਾ ਰੱਖਦਾ ਹੈ, ਜੋ ਗੁਰੂ ਸਾਹਿਬ ਨੇ ਹੁਕਮ ਦਿੱਤਾ ਉਹਨੂੰ ਕਮਾਉਣ ਦਾ ਯਤਨ ਕਰਦਾ ਹੈ। ਪਰ ਇੱਕ ਜੁਗਤ ਹੋਰ ਵੀ ਹੈ, ਇਹਦੇ ਵਿੱਚ ਇੱਕ ਖਤਰਾ ਹੈ। ਦੋ ਰਸਤੇ ਨੇ ਸਿੱਖੀ ਦੇ, ਧਿਆਨ ਦਿਓ। ਇੱਕ ਮਿਹਨਤ ਕਰਨੀ, ਇੱਕ ਸਰੈਂਡਰ ਕਰ ਦੇਣਾ, ਸਮਰਪਿਤ ਹੋ ਜਾਣਾ। ਦੋ ਰਸਤੇ ਨੇ ਸਿੱਖੀ ਦੇ, ਇਹਨਾਂ ਦੋਵਾਂ ਦੀ ਜ਼ਰੂਰਤ ਪੈਂਦੀ ਹੈ। ਇੱਕ ਦੇ ਵਿੱਚ ਤਾਂ ਹੈ ਮਿਹਨਤ ਕਰਨੀ, ਦੂਸਰੇ ਦੇ ਵਿੱਚ ਹੈ ਮਿਹਨਤ ਤੇ ਵਿਸ਼ਵਾਸ ਛੱਡ ਕੇ ਤੇ ਗੁਰੂ ਤੇ ਵਿਸ਼ਵਾਸ ਕਰ ਲੈਣਾ ਵੀ ਮੇਰੀ ਮਿਹਨਤ ਜਿਹੜੀ ਬਿਲਕੁਲ ਛੋਟੀ ਹੈ, ਮੈਂ ਕੀ ਕਰ ਸਕਣਾ, ਕਿੰਨਾ ਕੁ ਕਮਾਵਾਂਗਾ, ਕੀ ਕਰਾਂਗਾ, ਮੇਰੇ ਵਿੱਚ ਕਿੰਨੀ ਕੁ ਬਰਕਤ ਆ ਜਾਏਗੀ ਸੇਵਾ ਸਿਮਰਨ ਦੇ ਨਾਲ। ਇੱਕ ਇਹ ਬਿਰਤੀ ਹੈ। ਤੇ ਗੁਰੂ ਦੇ ਅੱਗੇ ਝੁਕ ਜਾਣਾ, ਆਪਣਾ ਆਪ ਸੌਂਪ ਦੇਣਾ ਕਿ ਅਬ ਹਮ ਚਲੀ ਠਾਕੁਰ ਪੈ ਹਾਰ, ਭਾਵੇਂ ਤੂੰ ਰੱਖਣਾ ਹੈ ਜਾਂ ਨਹੀਂ ਰੱਖਣਾ, ਤੇਰੀ ਮਰਜ਼ੀ ਹੈ। ਹਾਰ ਜਾਣਾ, ਗੁਰੂ ਅੱਗੇ ਡਿੱਗ ਪੈਣਾ। ਤਾਂ ਇਸ ਢੰਗ ਦੇ ਨਾਲ ਦੋ ਰਸਤੇ ਨੇ ਸਿੱਖੀ ਦੇ, ਮਿਹਨਤ ਕਰਨੀ ਤੇ ਸਮਰਪਣ ਕਰ ਦੇਣਾ, ਆਪਣਾ ਆਪ ਸੌਂਪ ਦੇਣਾ। ਤਾਂ ਕਿਹੜਾ ਰਸਤਾ ਕੰਮ ਆਉਂਦਾ? ਦੋਵੇਂ ਰਸਤੇ ਕੰਮ ਆਉਂਦੇ। ਪਹਿਲਾਂ ਸਿੱਖ ਜਦੋਂ ਮਿਹਨਤ ਕਰਦਾ ਹੈ, ਤਪ ਕਰਦਾ ਹੈ, ਸੇਵਾ ਕਰਦਾ ਹੈ, ਸਿਮਰਨ ਨਿਤਨੇਮ ਕਮਾਉਂਦਾ ਹੈ, ਤਾਂ ਉਸ ਸੇਵਾ ਦੇ ਨਾਲ ਉਹ ਕਾਮਯਾਬ ਨਹੀਂ ਜ਼ਿਆਦਾ ਹੁੰਦਾ। ਕਾਮਯਾਬ ਤੇ ਹੋਣਾ ਗੁਰੂ ਦੀ ਕਿਰਪਾ ਨਾਲ, ਪਰ ਉਹ ਜਿਹੜੀ ਮਿਹਨਤ ਹੈ ਨਾ ਸੇਵਾ ਦੀ, ਸਿਮਰਨ ਦੀ, ਨਾਮ ਜਪਣ ਦੀ, ਉਹਦੇ ਨਾਲ ਉਸ ਬੰਦੇ ਦੇ ਭਾਗ ਵੱਡੇ ਹੁੰਦੇ ਨੇ। ਭਾਗ ਜਿਹੜੇ ਨੇ ਨਾ ਉਹ ਸੇਵਾ ਸਿਮਰਨ ਨਾਲ ਬਣਦੇ ਨੇ। ਗੁਰੂ ਨੇ ਜਿਹੜੀ ਦਾਤ ਦੇਣੀ ਉਹ ਨਾਮ ਹੈ, ਤੇ ਨਾਮ ਉਸ ਥਾਂ ਤੇ ਪੈਣਾ ਜਿੱਥੇ ਭਾਗ ਨੇ। ਜਿੰਨਾ ਚਿਰ ਭਾਗ ਨਹੀਂ ਨਾ ਬਣੇ, ਇਸ ਕਰਕੇ ਤਿੰਨ ਚੀਜ਼ਾਂ ਇਕੱਠੀਆਂ ਹੋਣ ਤੇ ਤਾਂ ਕੁਝ ਇਸ ਮਾਰਗ ਦੇ ਉੱਤੇ ਜੀਵਨ ਦੇ ਵਿੱਚ ਤਰੱਕੀ ਹੁੰਦੀ ਹੈ, ਵਿਕਾਸ ਹੁੰਦਾ। ਤਿੰਨ ਚੀਜ਼ਾਂ ਨੇ, ਇੱਕ ਸਿੱਖ, ਦੂਸਰਾ ਗੁਰੂ। ਇਹ ਇਕੱਠੇ ਹੋਣ ਕੁਝ ਨਹੀਂ ਵਾਪਰਦਾ, ਗੁਰੂ ਹੋਵੇ ਤੇ ਸਿੱਖ ਹੋਵੇ। ਕਿਉਂਕਿ ਗੁਰੂ ਨਾਨਕ ਸਾਹਿਬ ਕੋਲ ਕਿੰਨੇ ਲੋਕ ਆਏ ਨੇ, ਸਾਰਿਆਂ ਨੂੰ ਲਾਭ ਨਹੀਂ ਹੋਇਆ। ਧਿਆਨ ਦਿਓ, ਥੋੜੇ ਜਿਹੇ ਲੋਕ ਜਿਹੜੇ ਜਿਹੜੇ ਕੋਈ ਖਾਸ ਸਨ। ਤਾਂ ਜਦੋਂ ਸਤਿਗੁਰੂ ਦੇ ਕੋਲ ਸਿੱਖ ਆਉਂਦਾ ਹੈ ਤੇ ਦੋ ਹੁੰਦੇ ਨੇ, ਇੱਕ ਗੁਰੂ
ਤੇ ਦੂਜਾ ਸਿੱਖ ਗੁਰੂ ਸਿੱਖ ਨੂੰ ਆਪਣੀ ਬਖਸ਼ਿਸ਼ ਦੇਣਾ ਚਾਹਵੇ ਤੇ ਸਿੱਖ ਦੇ ਭਾਗ ਨਹੀਂ, ਉਹ ਦੇਣ ਦੇ ਬਾਵਜੂਦ ਉਹਦੇ ਅੰਦਰ ਟਿਕੇਗੀ ਨਹੀਂ। ਉਹ ਤੀਜੀ ਚੀਜ਼ ਹੈ ਬੰਦੇ ਦੀ ਭਾਗਸ਼ਾਲੀ, ਭਾਗ ਨਹੀਂ ਅੰਦਰ, ਤਾਂ ਉੱਥੇ ਅੰਦਰ ਨਹੀਂ ਟਿਕਦਾ ਗੁਰੂ ਦੇ ਦੇਣ ਦੇ ਬਾਵਜੂਦ। ਇਸ ਕਰਕੇ ਤਿੰਨ ਚੀਜ਼ਾਂ ਇਕੱਠੀਆਂ ਹੋਣ, ਸਿੱਖ ਹੋਵੇ, ਇੱਕ ਗੁਰੂ ਤੇ ਇੱਕ ਸਿੱਖ ਦੇ ਭਾਗ, ਤਾਂ ਭਾਗ ਬਣਦੇ ਨੇ ਸੇਵਾ ਨਾਲ ਤੇ ਸਿਮਰਨ ਨਾਲ। ਪਰ ਇਕੱਲੇ ਭਾਗਾਂ ਨਾਲ ਗੱਲ ਨਹੀਂ ਬਣਦੀ। ਉਹ ਤਾਂ ਇਸ ਤਰ੍ਹਾਂ ਹੈ ਕਿ ਜਿਵੇਂ ਕੋਈ ਬੰਦਾ ਭਾਂਡੇ ਖਰੀਦ ਲਿਆਇਆ, ਬਰਤਨ ਖਰੀਦ ਲਿਆਇਆ, ਬਰਤਨ ਵੀ ਜ਼ਰੂਰੀ ਸਨ, ਪਰ ਹੁਣ ਉਹਦੇ ਵਿੱਚ ਭੋਜਨ ਦੀ ਲੋੜ ਪੈ ਗਈ, ਪਾਇਆ ਗਿਆ ਤੇ ਤਾਂ ਉਹ ਬਰਤਨ ਸਫਲ ਹੋਇਆ। ਇਸ ਕਰਕੇ ਦੋ ਚੀਜ਼ਾਂ ਸਿੱਖੀ ਵਿੱਚ ਇਕੱਠੀਆਂ ਰਹਿੰਦੀਆਂ ਨੇ। ਸਿੱਖ ਮਿਹਨਤ ਵੀ ਕਰਦਾ ਹੈ, ਮੁਸ਼ੱਕਤ ਵੀ ਕਰਦਾ ਹੈ, ਪਰ ਮੁਸ਼ੱਕਤ ਨਾਲ ਇਹ ਨਹੀਂ ਸਮਝਦਾ ਵੀ ਸੰਪੂਰਨਤਾ ਹੋ ਗਈ। ਫਿਰ ਉਹ ਗੁਰੂ ਦੀ ਬਖਸ਼ਿਸ਼ ਦੀ ਉਡੀਕ ਕਰਦਾ ਰਹਿੰਦਾ ਹੈ। ਹੁਣ ਉਡੀਕ ਹੈ, ਕਿਰਪਾ ਕਰੇਗਾ। ਇਸ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ, ਹੋਂ ਗੋਸਾਈ ਦਾ ਪਹਿਲਵਾਨੜਾ। ਘੁਲਣਾ ਜ਼ਰੂਰ ਹੈ, ਮੈਂ ਘੁਲਣਾ ਵੀ ਹੈ, ਤਾਕਤ ਤੇ ਮਾਣ ਵੀ ਨਹੀਂ ਕਰਨਾ। ਸਿੱਖੀ ਦੀ ਕਮਾਈ ਕਰਨੀ ਹੈ, ਮਿਹਨਤ ਵੀ ਕਰਨੀ ਹੈ, ਪਰ ਇਹ ਵੀ ਮਨ ਵਿੱਚ ਖਿਆਲ ਨਹੀਂ ਰੱਖਣਾ ਵੀ ਮੇਰੀ ਕਮਾਈ ਦੇ ਨਾਲ ਮੇਰਾ ਜੀਵਨ ਸਫਲ ਹੋ ਜਾਏਗਾ। ਇਹ ਬੜੇ ਦੋਵੇਂ ਰਸਤੇ ਖਤਰਨਾਕ ਨੇ, ਕਿਉਂਕਿ ਇਹਨਾਂ ਵਿੱਚ ਧਿਆਨ ਨਾ ਦਿੱਤਾ ਤੇ ਦੋਵੇਂ ਰਾਹ ਜਿਹੜੇ ਨੇ ਸਾਡੇ ਜੀਵਨ ਦੇ ਵਿੱਚ ਰੋੜਾ ਬਣ ਸਕਦੇ ਨੇ। ਪਹਿਲਾ ਜਿਹੜਾ ਰਸਤਾ ਹੈ ਸੇਵਾ ਯਤਨ ਕਰਨ ਦਾ, ਮਿਹਨਤ ਕਰਨ ਦਾ, ਉਹਦੇ ਵਿੱਚ ਖਤਰਾ ਹੈ ਕਿ ਬੰਦਾ ਗੁਰੂ ਦੀ ਬਖਸ਼ਿਸ਼ ਦੀ ਉਡੀਕ ਕਰਦੇ ਹੀ ਨਹੀਂ, ਉਹ ਆਪਣੀ ਮਿਹਨਤ ਦੇ ਉੱਤੇ ਹੀ ਅਭਿਮਾਨ ਕਰਨ ਲੱਗ ਪੈਂਦਾ। ਉਹ ਵੀ ਰੁਕ ਗਿਆ, ਉਹਦੀ ਵੀ ਜਿਹੜੀ ਕੀਤੀ ਹੋਈ ਸੇਵਾ ਹੈ ਜਾਂ ਸਿਮਰਨ ਹੈ ਥਾਂ ਨਹੀਂ ਪੈਂਦਾ, ਉਹ ਵੀ ਰਾਹ ਵਿੱਚ ਅਟਕ ਗਿਆ। ਤੇ ਦੂਜਾ ਬੰਦਾ ਜਿਹੜਾ ਕਹਿੰਦਾ ਵੀ ਗੁਰੂ ਦੀ ਸਿੱਧੀ ਕਿਰਪਾ ਦੇ ਉੱਤੇ ਹੀ ਮੈਂ ਕਰਨਾ ਹੀ ਕੁਝ ਨਹੀਂ ਹੈ, ਕੀ ਲੋੜ ਹੈ ਕਰਨ ਦੀ, ਉਹ ਵੀ ਰਾਹ ਵਿੱਚ ਅਟਕ ਗਿਆ। ਕਿਉਂਕਿ ਗੁਰੂ ਦੀ ਬਖਸ਼ਿਸ਼ ਤਾਂ ਜੀਵਨ ਵਿੱਚ ਪੈਣੀ ਹੈ ਜੇ ਮਿਹਨਤ ਹੋਵੇਗੀ, ਜੇ ਥਾਂ ਬਣੇਗੀ ਜੀ, ਭਾਗ ਬਣਨਗੇ। ਇਸ ਲਈ ਗੁਰੂ ਸਾਹਿਬ ਬਾਣੀ ਵਿੱਚ ਵਾਰ-ਵਾਰ ਕਹਿੰਦੇ ਨੇ, ਆਪੋ ਆਪਣੀ, ਅੱਜ ਬਾਣੀ ਵਿੱਚ ਸ਼ਲੋਕ ਵਿੱਚ ਆਇਆ, ਕਰਮ ਕਿੰਨੇ ਕੁ ਨੇ, ਕਿੰਨਾ ਕੁ ਬੰਦਾ ਕਰਮਸ਼ਾਲੀ ਹੈ, ਉਹਨਾਂ ਨੇੜੇ ਤੇ ਉਤਨਾ ਹੀ ਦੂਰ। ਕਰਮ ਦੀ ਜ਼ਰੂਰਤ ਪੈਂਦੀ ਹੈ, ਤਈ ਦੀ ਸੇਵਾ ਹੈ। ਅਨੇਕ ਭਾਂਤ ਕਰ ਸੇਵਾ ਕਰੀਏ। ਸੇਵਾ ਦਾ ਜਿਹੜਾ ਗੁਰੂ ਸਾਹਿਬ ਨੇ ਵਿਸ਼ਾ ਦਿੱਤਾ ਹੈ ਬੜਾ ਮਹਾਨ ਹੈ ਕਿ ਤੂੰ ਸਿੱਧਾ ਨਾਮ ਨਹੀਂ ਜਪ ਸਕਦਾ, ਤੇਰੇ ਵਿੱਚ ਇੰਨੀ ਹੈ ਨਹੀਂ ਕੋਈ ਇਕਾਗਰਤਾ। ਦੂਸਰਾ ਹੈ ਉਹ ਹੱਥੀਂ ਵੀ ਸੇਵਾ ਨਹੀਂ ਕਰ ਸਕਦਾ, ਤਾਂ ਉਹ ਜਿਹੜਾ ਹੱਥੀਂ ਸੇਵਾ ਨਹੀਂ ਕਰ ਸਕਦਾ, ਜੇ ਉਹਦੇ ਕੋਲ ਮਾਇਆ ਹੈ ਤੇ ਗੁਰੂ ਸਾਹਿਬ ਨੇ ਉਹਦੇ ਵਾਸਤੇ ਵੀ ਜੁਗਤ ਦੱਸੀ ਕਿ ਤੂੰ ਹੱਥਾਂ ਨਾਲ ਨਹੀਂ ਕਰ ਸਕਦਾ, ਤੂੰ ਮਾਇਆ ਨਾਲ ਗੁਰੂ ਦੀ ਸੇਵਾ ਕਰ ਸਕਦਾ। ਉਹਦਾ ਇਹ ਤਰੀਕਾ ਹੈ, ਜਿਹਦੇ ਕੋਲ ਮਾਇਆ ਨਹੀਂ ਉਹ ਹੱਥਾਂ ਨਾਲ ਕਰੇ, ਉਹ ਹੱਥੀਂ ਸੇਵਾ ਕੀਤੀ ਹੋਈ ਸਫਲ ਹੋ ਜਾਂਦੀ ਹੈ। ਤਾਂ ਇਹ ਸਾਰੀਆਂ ਚੀਜ਼ਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਹੋਂ ਗੋਸਾਈ ਦਾ ਪਹਿਲਵਾਨੜਾ। ਮੈਂ ਅਕਾਲ ਪੁਰਖ ਵਾਹਿਗੁਰੂ ਦਾ ਪਹਿਲਵਾਨੜਾ, ਛੋਟਾ ਜਿਹਾ ਪਹਿਲਵਾਨ ਹਾਂ। ਮੈਂ ਗੁਰ ਮਿਲ ਤੇ ਜਦੋਂ ਮੈਂ ਆਪਣੇ ਆਪ ਨੂੰ ਵੇਖਿਆ ਕਮਜ਼ੋਰ, ਤੇ ਪਹਿਲਵਾਨ ਨੇ ਬੜੇ ਬੜੇ ਸ਼ਕਤੀਸ਼ਾਲੀ, ਜਿਹਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ, ਇਹ ਬੜੇ ਤਾਕਤ ਵਾਲੇ ਨੇ, ਬੜੇ ਸ਼ਕਤੀਸ਼ਾਲੀ ਨੇ। ਇਹਨਾਂ ਦੇ ਸਾਹਮਣੇ ਤੇ ਗੁਰੂ ਸਾਹਿਬ ਨੇ ਤੇ ਬਚਨ ਕੀਤੇ ਨੇ, ਇਹਨਾਂ ਨੇ ਕੋਈ ਥਾਂ ਨਹੀਂ ਛੱਡਿਆ। ਤਪੀਸਰਾਂ ਨੂੰ ਵੀ ਖੰਡਨ ਕਰ ਦਿੱਤਾ, ਜਪੀਆਂ ਤਪੀਆਂ ਨੂੰ ਵੀ ਖੰਡਨ ਕਰ ਦਿੱਤਾ, ਵੱਡੇ ਵੱਡੇ ਦਾਨੀਆਂ ਨੂੰ ਵੀ ਹੰਕਾਰ ਹੋ ਗਿਆ, ਵੱਡੇ ਵੱਡੇ ਸੇਵਾਦਾਰਾਂ ਦੇ ਵਿੱਚ ਵੀ ਹਉਮੈ ਪੈਦਾ ਹੋ ਗਈ। ਵੱਡੇ ਵੱਡੀ ਕੋਈ ਵੀ ਵਿਸ਼ਾ ਹੋਇਆ ਧਰਮ ਦਾ, ਵਿਦਵਤਾ ਸੀ, ਕੀਰਤਨ ਕਰਨ ਦੀ ਕਲਾ ਸੀ, ਸੇਵਾ ਦੀ ਕਲਾ ਸੀ, ਜਪ ਤਪ ਦੀ ਕਲਾ ਸੀ, ਦਾਨ ਦੀ ਕਲਾ ਹੈ, ਕੋਈ ਵੀ ਰਸਤਾ ਸੀ ਉਹ ਸਾਰੀਆਂ ਚੀਜ਼ਾਂ ਨੂੰ ਇਹ ਖੰਡਨ ਕਰ ਸਕਦੇ ਗੁਰੂ ਤੋਂ ਬਿਨਾਂ। ਜੇ ਗੁਰੂ ਨਾਲ ਨਹੀਂ ਨਾ
ਤੇ ਜੋ ਵੀ ਹੈ ਉਹਦੇ ਵਿੱਚ ਜਪ ਤਪ ਪਾਠ ਕਰਨੇ, ਸੇਵਾ ਕਰਨੀ, ਸਿਮਰਨ ਕਰਨਾ, ਹੋਰ ਕਈ ਕੁਝ ਕਰਨਾ, ਦਾਨ ਕਰਨਾ, ਜੇ ਵਿੱਚ ਗੁਰੂ ਸਾਹਿਬ ਦਾ ਹੱਥ ਨਾ ਹੋਵੇ ਤੇ ਇਹਨਾਂ ਚੀਜ਼ਾਂ ਦੇ ਵਿੱਚ 5 ਪ੍ਰਵੇਸ਼ ਕਰ ਜਾਂਦੇ ਨੇ, 5 ਪਹਿਲਵਾਨ ਜਿਹੜੇ ਨੇ। ਤੇ ਜੇ ਸਤਿਗੁਰੂ ਦਾ ਸਹਾਰਾ ਨਾਲ ਹੈ ਫਿਰ ਇਹ ਸੇਵਾ, ਸਿਮਰਨ, ਦਾਨ, ਜੋ ਵੀ ਧਾਰਮਿਕ ਕਰਮ ਹੈ ਸਾਰੇ ਦੇ ਸਾਰੇ ਸਫਲ ਹੋ ਜਾਂਦੇ, ਲੁੱਟੇ ਨਹੀਂ ਜਾਂਦੇ। ਵੈਸੇ ਤਾਂ ਗੁਰੂ ਸਾਹਿਬ ਨੇ ਬਾਣੀ ਵਿੱਚ ਬਚਨ ਹੀ ਕਹਿ ਦਿੱਤੇ ਕਿ ਜਦੋਂ ਆਦਮੀ ਉਸ ਰਾਹ ਤੇ ਤੁਰਦਾ ਹੈ ਤੇ ਜੰਮ ਜਿਹੜੇ ਨੇ, ਸ਼ਬਦ ਵਰਤਿਆ ਗਿਆ, ਉਹ ਹੋਰ ਸਾਰੇ ਕੀਤੇ ਹੋਏ ਕਰਤੱਵ ਜਿਹੜੇ ਨੇ ਉਹਨਾਂ ਨੂੰ ਡੰਨ ਲਾ ਦਿੰਦੇ, ਭਾਵ ਰੱਦ ਕਰ ਦਿੰਦੇ। ਅਵਰ ਕਰਤੂਤ ਸਗਲੀ ਜਮ ਡੰਨ ਹੈ, ਉਹਨਾਂ ਨੂੰ ਉਹ ਰੱਦ ਕਰ ਦਿੰਦੇ ਵੀ ਕੁਝ ਵੀ ਕੰਮ ਨਹੀਂ ਆਉਣਾ ਇਹਨਾਂ ਵਿੱਚੋਂ। ਇਹ ਤੇ ਸੱਚਾਈ ਹੈ ਨਾ। ਸਤਿਗੁਰੂ ਨੇ ਇਹ ਦੱਸਣ ਦਾ ਯਤਨ ਕੀਤਾ ਵੀ ਅੰਦਰ ਝਾਤੀ ਮਾਰ ਕੇ ਵੇਖ ਵੀ ਕੰਮ ਆਉਣ ਵਾਲੀ ਚੀਜ਼ ਨੂੰ ਬਚਾ ਲੈ, ਜਿਹੜੀ ਤੇਰੇ ਕੰਮ ਆਏਗੀ। ਬਾਕੀਆਂ ਦਾ ਫਿਕਰ ਘੱਟ ਕਰ, ਕੰਮ ਤੇ ਇਹ ਵੀ ਆ ਰਹੀਆਂ ਨੇ। ਵੇਖੋ, ਜੇ ਅਸੀਂ ਬਿਲਕੁਲ ਕਹਿ ਦਈਏ ਵੀ ਸੰਸਾਰ ਕੰਮ ਨਹੀਂ ਆਉਂਦਾ ਤੇ ਗਲਤ ਹੈ, ਕਿਉਂਕਿ ਖਾਣ ਪੀਣ ਦਾ ਸਮਾਨ ਵੀ ਕੰਮ ਆ ਰਿਹਾ ਹੈ, ਵਸਤਰ ਵੀ ਕੰਮ ਆ ਰਹੇ ਨੇ, ਮਕਾਨ ਵੀ ਕੰਮ ਆਉਂਦਾ ਹੈ, ਤੰਦਰੁਸਤੀ ਵੀ ਕੰਮ ਆਉਂਦੀ ਹੈ, ਰਾਜਨੀਤਿਕ ਸ਼ਕਤੀਆਂ ਨੇ ਉਹ ਵੀ ਕੰਮ ਆਉਂਦੀਆਂ, ਕੰਮ ਤੇ ਸਾਰਾ ਕੁਝ ਆਉਂਦਾ ਹੈ। ਪਰ ਇਸ ਦੇ ਕੰਮ ਆਉਣ ਦਾ ਵਕਤ, ਸਮਾਂ ਜਿਹੜਾ ਹੈ ਉਹ ਸੀਮਤ ਹੁੰਦਾ ਹੈ। ਸਮੇਂ ਤੋਂ ਬਾਅਦ ਇਹ ਕੰਮ ਕਰਨਾ ਬੰਦ ਕਰ ਦਿੰਦਾ। ਜਿਉਂ-ਜਿਉਂ, ਹੋਰ ਤੇ ਗੱਲ ਛੱਡੋ, ਬਾਬਾ ਫਰੀਦ ਜੀ ਨੇ ਤੇ ਇੱਧਰ ਇਸ਼ਾਰਾ ਕਰ ਦਿੱਤਾ, ਕਹਿਣ ਲੱਗੇ ਬਾਹਰ ਦੀਆਂ ਜਿਹੜੀਆਂ ਤਾਕਤਾਂ ਨੇ ਉਹ ਕੰਮ ਕਿੰਨਾ ਚਿਰ ਆਉਣ ਤੇ ਗੱਲ ਵੱਖਰੀ ਹੈ। ਸਰੀਰ ਜਿਹੜਾ ਹੈ ਉਹ ਵੀ ਥੋੜੇ ਚਿਰ ਬਾਅਦ ਅੰਦਰੋਂ ਸਰੀਰ ਦੇ ਅੰਗ ਵੀ ਜਵਾਬ ਦੇਣਾ ਸ਼ੁਰੂ ਕਰ ਦਿੰਦੇ ਨੇ। ਦੰਦ ਜਿਹੜੇ ਨੇ ਉਹ ਵੀ ਜਵਾਬ ਦੇ ਜਾਂਦੇ ਨੇ, ਅੱਖਾਂ ਜਵਾਬ ਦੇ ਜਾਂਦੀਆਂ ਨੇ ਵੇਖਣ ਤੋਂ, ਕੰਨ ਸੁਣਨ ਤੋਂ ਜਵਾਬ ਦੇ ਜਾਂਦੇ ਹਨ, ਹੱਥ ਪੈਰ ਤੁਰਨ ਤੋਂ, ਕੰਮ ਕਰਨ ਤੋਂ। ਯਾਨੀ ਕਿ ਜੋ ਕੁਝ ਤੇ ਗੁਰੂ ਸਾਹਿਬ ਨੇ ਇਹ ਇਸ਼ਾਰਾ ਕੀਤਾ, ਜਿਹੜੀਆਂ ਚੀਜ਼ਾਂ ਦੀ ਸ਼ਕਤੀ ਘਟਦੀ ਹੈ ਉਹਨਾਂ ਨੂੰ ਧਿਆਨ ਨਾਲ ਵੇਖ, ਉਹ ਤੇਰੇ ਕੰਮ ਨਹੀਂ ਆਉਣੀਆਂ। ਫਰੀਦ ਜੀ ਨੇ ਬਚਨ ਕੀਤਾ, ਫਰੀਦਾ ਚੱਲਣ ਚੱਬਣ ਰਤਨ। ਚੱਲਣ ਦਾ ਅਰਥ ਹੈ ਪੈਰ। ਇਹ ਤਰੀਕਾ ਹੈ ਬਾਣੀ ਦੇ ਅੰਦਰ ਸਮਝਾਉਣ ਦਾ ਵੀ ਪੈਰਾਂ ਦਾ ਨਾਮ ਨਹੀਂ ਲਿਆ, ਉੱਥੇ ਸ਼ਬਦ ਵਰਤਿਆ ਚੱਲਣ। ਜਿਹੜੇ ਪੈਰਾਂ ਨਾਲ ਚੱਲੀਦਾ ਹੈ ਉਹਨੂੰ ਕਹਿੰਦੇ ਚੱਲਣ। ਫਰੀਦਾ ਚੱਲਣ ਚੱਬਣ। ਚੱਬਣ ਦਾ ਅਰਥ ਹੈ ਜਿਨ੍ਹਾਂ ਨਾਲ ਕੁਝ ਚਬਾਇਆ ਜਾਂਦਾ, ਯਾਨੀ ਕਿ ਦੰਦ। ਰਤਨ, ਰਤਨ ਦਾ ਅਰਥ ਹੈ ਅੱਖਾਂ, ਜਿਨ੍ਹਾਂ ਨਾਲ ਕੁਝ ਵੇਖਿਆ ਜਾਂਦਾ ਹੈ। ਸੇ ਸੁਨੀਅਰ, ਸੁਨੀਅਰ ਦਾ ਅਰਥ ਹੈ ਕੰਨ, ਸੁਣਨ ਦੀ ਸ਼ਕਤੀ। ਬਹਿ ਗਏ, ਬਹਿ ਗਏ ਦਾ ਮਤਲਬ ਇਹ ਕਮਜ਼ੋਰ ਹੋ ਗਏ। ਜਿਵੇਂ ਆਪਾਂ ਕਹਿੰਦੇ ਆ ਨਾ ਵੀ ਭੱਠਾ ਬਹਿ ਗਿਆ ਦਾ, ਇਹ ਉਹ ਸ਼ਬਦ ਹੈ। ਬਹਿ ਗਏ ਦਾ ਮਤਲਬ ਇਹ ਸ਼ਕਤੀ ਘਟ ਗਈ ਇਹਨਾਂ ਦੀ। ਚੱਲਣ, ਪੈਰਾਂ ਦੀ ਤਾਕਤ ਘਟ ਗਈ, ਗੋਡਿਆਂ ਦੀ ਤਾਕਤ ਘਟ ਗਈ, ਉੱਠਣਾ ਬਹਿਣਾ ਔਖਾ ਹੋ ਗਿਆ। ਤਾਂ ਗੁਰੂ ਸਾਹਿਬ ਕਹਿੰਦੇ ਨੇ ਜਿਹੜੀ ਜਿਨ੍ਹਾਂ ਚੀਜ਼ਾਂ ਦੀ ਤਾਕਤ ਘਟਦੀ ਹੈ ਨਾ, ਉਹ ਸਦੀਵ ਤੇਰੀਆਂ ਨਹੀਂ। ਸਭ ਤੋਂ ਪਹਿਲੇ ਝਟਕੇ ਵਿੱਚ ਗੁਰੂ ਸਾਹਿਬ ਨੇ ਸਰੀਰ ਨੂੰ ਹੀ ਹੱਥ ਪਾਇਆ ਵੀ ਬੰਦਾ ਸਰੀਰ ਤੋਂ ਉੱਚਾ ਉੱਠੇ, ਸਰੀਰ ਤੋਂ ਛੁੱਟ ਜਾਏ। ਜਦੋਂ ਸਰੀਰ ਤੋਂ ਛੁੱਟ ਗਿਆ ਬਾਕੀ ਸਭ ਕੁਝ ਛੁੱਟ ਗਿਆ, ਕਿਉਂਕਿ ਸੈਂਟਰ ਇਹ ਹੈ, ਕੇਂਦਰ ਜਿਹੜਾ ਨਾ ਪਕੜ ਦਾ। ਦੁਨੀਆ ਵਿੱਚ ਬੰਦੇ ਦੇ ਮਨ ਦੀ ਜਿਹੜੀ ਪਕੜ ਹੈ ਉਹ ਸਰੀਰ ਤੋਂ ਸ਼ੁਰੂ ਹੁੰਦੀ ਹੈ। ਤਾਂ ਸਿੱਧਾ ਹੱਥ ਪਾਇਆ ਸਰੀਰ ਦੀ ਮਮਤਾ ਨੂੰ, ਇਹਦੇ ਤੋਂ ਉੱਚਾ ਚੁੱਕ ਦਿੱਤਾ, ਇਹਦੀ ਨਾਸ਼ਮਾਨਤਾ ਦਿਖਾ ਦਿੱਤੀ, ਤਾਂ ਕਿ ਸਰੀਰ ਨਾਲੋਂ ਇਹਦੀ ਸੁਰਤ ਥੋੜੀ ਜਿਹੀ ਉੱਚੀ ਉੱਠੇ। ਜਦੋਂ ਸਰੀਰ ਨਾਲੋਂ ਸੁਰਤ ਉੱਠ ਕੇ ਸੰਸਾਰ ਤੋਂ ਆਪੇ ਨਿਕਲ ਗਏ। ਇਹਦੀ ਜੜ ਹੀ ਸਾਰੀ ਸਰੀਰ ਹੈ। ਤਾਂ ਕਹਿੰਦੇ ਨੇ ਚੱਲਣ ਚੱਬਣ ਰਤਨ ਸੇ ਸੁਨੀਅਰ ਬਹਿ ਗਏ, ਹੇੜੇ ਮੁੱਤੀ ਧਾ। ਹੇੜਾ ਕਹਿੰਦੇ ਸਰੀਰ ਨੂੰ, ਮੁੱਤੀ ਦਾ ਅਰਥ ਹੈ ਮਾਰਨਾ, ਧਾ ਦਾ ਅਰਥ ਹੈ ਢਾਹ ਮਾਰਨੀ। ਹੁਣ ਕਹਿੰਦੇ ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਰੋਣਾ ਸ਼ੁਰੂ ਕਰ ਦਿੱਤਾ, ਇਹਨਾਂ ਇੰਦਰੀਆਂ ਨੇ। ਸਰੀਰ ਨੇ ਧਾਹ ਮਾਰੀ, ਜਿੰਦ ਨੇ ਸੇ ਜਾਨੀ ਚੱਲ ਗਏ। ਜਾਨੀ ਦਾ ਮਤਲਬ ਪਿਆਰੇ ਮਿੱਤਰ,
ਜਿਹੜੇ ਮੇਰੇ ਨਾਲ ਮਿੱਤਰ ਨਵੇਂ ਨਕੋਰ ਜਿਨ੍ਹਾਂ ਨੇ ਜਨਮ ਲਿਆ ਸੀ, ਅੱਖਾਂ ਨੇ, ਦੰਦਾਂ ਨੇ, ਹੱਥਾਂ ਪੈਰਾਂ ਨੇ, ਸਾਰੇ ਸਰੀਰ ਦੇ ਅੰਗ ਬੜੇ ਤਾਕਤਵਰ ਸਨ ਜਵਾਨੀ ਵਿੱਚ, ਉਹ ਕਹਿੰਦੇ ਸਾਥ ਛੱਡ ਗਏ। ਅਸਲ ਵਿੱਚ ਉਹ ਇਸ਼ਾਰਾ ਕਰ ਰਹੇ ਸਨ ਵੀ ਇਹ ਸਾਥ ਛੱਡਣਾ ਇੱਕ ਤਰ੍ਹਾਂ ਦੀ ਮੌਤ ਹੈ। ਇਸ ਤਰ੍ਹਾਂ ਨਾਸ਼ਮਾਨਤਾ ਸਰੀਰ ਦੀ ਦਿਖਾਈ ਗਈ, ਔਰ ਕਰਮ ਆਪੋ ਆਪਣੇ, ਜਿੰਨਾ ਬੰਦੇ ਦਾ ਭਾਗ ਹੈ ਉਹਨਾਂ ਹੀ ਗੁਰੂ ਤੋਂ ਮਿਲਦਾ ਹੈ। ਇਹ ਗੱਲ ਪੱਕੀ ਹੈ। ਗੁਰੂ ਕੋਲ ਆਇਆਂ, ਗੁਰੂ ਅੱਗੇ ਅਰਦਾਸ ਕੀਤਿਆਂ, ਗੁਰੂ ਦੇ ਕੋਲ ਬੈਠਿਆਂ, ਸੇਵਾ ਕੀਤਿਆਂ ਬੰਦੇ ਦੇ ਸਹਿਜੇ ਸਹਿਜੇ ਅੰਦਰ ਭਾਗ ਬਣਨੇ ਸ਼ੁਰੂ ਹੋ ਜਾਂਦੇ ਨੇ। ਤੇ ਇੱਥੇ ਮਿਲਣ ਵਿੱਚ ਕੋਈ ਦੇਰ ਨਹੀਂ ਲੱਗਦੀ, ਭਾਗ ਬਣਨ ਵਿੱਚ ਦੇਰ ਲੱਗਦੀ ਹੈ। ਉਹਦੀ ਜੁਗਤ ਸਿੱਖਣੀ ਬੜੀ ਔਖੀ ਹੈ, ਕਿਉਂਕਿ ਹਰ ਰੋਜ਼ ਭਾਗ ਬਣਦੇ ਨੇ, ਨਾਲੋਂ ਨਾਲ ਖਤਮ ਹੋ ਜਾਂਦੇ ਨੇ। ਥੋੜਾ ਜਿਹਾ ਕਰ ਲਿਆ, ਥੋੜਾ ਜਿਹਾ ਕਮਾ ਲਿਆ, ਤੇ ਲੰਘਦਿਆਂ ਲੰਘਦਿਆਂ ਜਿਹੜੇ ਕੋਲ ਸਨ ਉਹਨਾਂ ਨਾਲ ਈਰਖਾ ਪੈਦਾ ਹੋ ਗਈ। ਇਹ ਕਿਹੜਾ ਕਰ ਰਹੇ ਨੇ, ਇਹਨਾਂ ਨੇ ਕੀ ਕੀਤਾ ਹੈ, ਸੁੱਤੇ ਹੋਏ ਨੇ, ਗਾਫਲ ਨੇ। ਤਾਂ ਇੱਕ ਬੜਾ ਪਿਆਰਾ ਉਦਾਹਰਨ ਦਿੱਤਾ ਗਿਆ ਹੈ ਇਸ ਚੀਜ਼ ਨੂੰ ਬਚਾਉਣ ਵਾਸਤੇ, ਕਿ ਜਿਹੜੀ ਸੇਵਾ ਜਾਂ ਬਾਣੀ ਅਸੀਂ ਪੜ੍ਹਦੇ ਹਾਂ ਉਹ ਸਾਡੇ ਅੰਦਰ ਬਚ ਕੇ ਕਿਵੇਂ ਰਵੇ। ਤਾਂ ਭਾਈ ਵੀਰ ਸਿੰਘ ਜੀ ਨੇ ਇੱਕ ਬੜਾ ਪਿਆਰਾ ਇੱਕ ਸ਼ਬਦ, ਇੱਕ ਉਦਾਹਰਨ ਦਿੱਤੀ ਹੈ ਗੁਰਮੁਖ ਸਿੱਖਿਆ ਨਾਮ ਦੀ ਪੋਥੀ ਵਿੱਚ। ਉਹ ਕਹਿੰਦੇ ਨੇ ਇੱਕ ਸ਼ਾਗਿਰਦ ਆਪਣੇ ਮੁਰਸ਼ਿਦ ਦੇ ਕੋਲ ਬੈਠਾ ਸੀ। ਸ਼ਾਗਿਰਦ ਜਿਹੜਾ ਸੀ ਜਦੋਂ ਆਇਆ, ਉਸ ਨੂੰ ਸ਼ਰਾਬ ਪੀਣ ਦੀ ਆਦਤ ਸੀ, ਬੜਾ ਵੱਡਾ ਸ਼ਰਾਬੀ ਸੀ, ਛੱਡ ਨਹੀਂ ਸੀ ਸਕਦਾ। ਤਾਂ ਜਦੋਂ ਆਇਆ ਤੇ ਉਹਦਾ ਜੀਵਨ, ਕਿਉਂਕਿ ਜਿਹੜੇ ਸੰਸਾਰ ਦੇ ਰਸਾਂ ਨੂੰ ਲੈਂਦੇ ਉਹ ਵੀ ਦੁਖੀ ਨੇ, ਜਿਹੜੇ ਨਹੀਂ ਲੈਂਦੇ ਉਹ ਵੀ ਦੁਖੀ ਨੇ, ਦੋਵੇਂ ਦੁਖੀ ਨੇ। ਬਸ ਇੱਕ ਤੀਜਾ ਬਚਿਆ ਜਿਹਨੂੰ ਰਾਮ ਰਸ ਪੀਆਰੇ, ਉਹ ਹੀ ਬਚਿਆ ਦੁੱਖ ਤੋਂ। ਜਿਹੜੇ ਵਿੱਚ ਨੇ ਉਹ ਵੀ ਦੁਖੀ ਨੇ। ਉਹ ਵੈਸੇ ਕਹਿੰਦੇ ਨਹੀਂ, ਉਹ ਕਹਿੰਦੇ ਠੀਕ ਹੈ ਕਿ ਇੱਕ ਆਦਤ ਬਣ ਜਾਂਦੀ ਹੈ, ਰੋਜ਼ ਡੁੱਬਣਾ ਫਿਰ ਨਿਕਲਣਾ, ਰੋਜ਼ ਡੁੱਬਣਾ ਫਿਰ ਨਿਕਲਣਾ, ਮਿਲਦਾ ਉੱਥੋਂ ਕੁਝ ਨਹੀਂ, ਉਹ ਵੀ ਦੁਖੀ ਨੇ। ਤੇ ਜਿਹੜੇ ਧਾਰਮਿਕ ਬੰਦੇ ਨੇ, ਰੱਬ ਦਾ ਰਸ ਆਇਆ ਨਹੀਂ, ਉਹ ਲੋਚਦੇ ਰਹਿੰਦੇ ਨੇ ਉਹਨਾਂ ਰਸਾਂ ਨੂੰ ਵੀ ਇਹ ਤਾਂ ਅਸੀਂ ਤਾਂ ਰਹਿ ਗਏ, ਇਸੇ ਤਰ੍ਹਾਂ ਜੀਵਨ ਨਿਕਲ ਗਿਆ। ਤਕਰੀਬਨ 60% ਧਾਰਮਿਕ ਜਿਹੜਾ ਤਬਕਾ ਹੈ ਉਹ ਸੰਸਾਰ ਦੇ ਰਸਾਂ ਪ੍ਰਤੀ ਲੋਚਦਾ ਰਹਿੰਦਾ ਹੈ, ਅੰਦਰੋਂ ਤੜਫਦਾ ਰਹਿੰਦਾ ਹੈ, ਉਹਦਾ ਮਨ ਨਹੀਂ ਸ਼ਾਂਤ ਹੁੰਦਾ। ਕਿਉਂਕਿ ਜਿੰਨਾ ਚਿਰ ਅੰਦਰ ਨਾਮ ਨਹੀਂ ਵਸਿਆ ਉਹਨਾਂ ਚਿਰ ਮਨ ਦਾ ਉਧਰ ਭੱਜਣਾ ਬੰਦ ਨਹੀਂ ਹੁੰਦਾ। ਇਸ ਲਈ ਦੁਨੀਆ ਵਿੱਚ ਸਭ ਤੋਂ ਵੱਡਾ ਦੁਖੀ ਬੰਦਾ ਕਿਹੜਾ ਹੈ? ਵੈਸੇ ਅਸੀਂ ਕਹਿੰਦੇ ਹਾਂ ਸੰਸਾਰ ਹੀ ਬੜਾ ਦੁਖੀ ਹੈ। ਦੁਨੀਆ ਵਿੱਚ ਸਭ ਤੋਂ ਵੱਡਾ ਉਹ ਬੰਦਾ ਦੁਖੀ ਹੈ ਜਿਹੜਾ ਹੈ ਧਾਰਮਿਕ ਤੇ ਜਿਹਨੂੰ ਰੱਬ ਦੇ ਨਾਮ ਦਾ ਰਸ ਨਹੀਂ ਆਇਆ। ਉਹਦਾ ਕਾਰਨ ਇਹ ਵੀ ਉਹ ਵਿਚਕਾਰ ਖੜਾ ਹੈ, ਨਾ ਤੇ ਇਧਰੋਂ ਮਿਲਿਆ ਅਜੇ ਕੁਝ ਤੇ ਸੰਸਾਰ ਵੱਲੋਂ ਛੁੱਟ ਗਿਆ ਹੈ। ਹਾਂ, ਉਹਦਾ ਉਹ ਸਮਾਂ ਜਿਹੜਾ ਹੈ, ਜੇ ਦ੍ਰਿੜਤਾ ਦੇ ਨਾਲ, ਤਿਆਗ ਦੇ ਨਾਲ, ਚੜ੍ਹਦੀ ਕਲਾ ਦੇ ਨਾਲ ਕਿਤੇ ਉਹ ਨਿਕਲ ਜਾਏ ਉਹਦੇ ਵਿੱਚੋਂ, ਜ਼ਰੂਰ ਉਸ ਤਿਆਗ ਦਾ ਫਲ ਉਹਨੂੰ ਅਕਾਲ ਪੁਰਖ ਦੇ ਨਾਮ ਦਾ ਰਸ ਮਿਲਦਾ ਹੈ। ਪਰ ਜਿਹੜਾ ਸੰਸਾਰੀ ਉਹ ਦੂਜਾ ਦੁਖੀ ਹੈ, ਉਹ ਵਿੱਚ ਡੁੱਬਿਆ ਹੋਇਆ, ਮਿਲਦਾ ਕੁਝ ਨਹੀਂ। ਇਸ ਕਰਕੇ ਇਹ ਉਸ ਮੁਰਸ਼ਿਦ ਦੇ ਕੋਲ ਆਇਆ, ਬੜਾ ਦੁਖੀ ਸੀ, ਅੰਦਰ ਆਦਤ ਵੱਧ ਗਈ, ਛੱਡ ਨਹੀਂ ਸੀ ਸਕਦਾ। ਤਾਂ ਉਹਨਾਂ ਨੇ ਥੋੜਾ ਜਿਹਾ ਸਟੈਂਡ ਲਾ ਦਿੱਤਾ, ਕਿਣਕਾ ਲਾ ਦਿੱਤਾ, ਥੋੜਾ ਜਿਹਾ ਖੜਾ ਕਰ ਦਿੱਤਾ। ਇਹ ਸਹਾਰਾ ਹੈ ਸਾਧ ਸੰਗਤ ਦੇ ਵਿੱਚ। ਸਹਾਰਾ ਮਿਲ ਗਿਆ ਤੇ ਛੱਡ ਗਿਆ ਤੇ ਨਾਮ ਨਾਲ ਜੁੜ ਗਿਆ, ਬੰਦਗੀ ਕਰਨ ਲੱਗ ਪਿਆ, ਅੰਦਰ ਟਿਕ ਗਿਆ, ਇਬਾਦਤ ਦਾ ਰੰਗ ਬਣ ਗਿਆ, ਵਿਕਾਰਾਂ ਦੀ ਦੁਨੀਆ ਤੋਂ ਵੀ ਪਾਰ ਨਿਕਲ ਗਿਆ। ਇੱਕ ਦਿਨ ਉਹਦੇ ਮੁਰਸ਼ਿਦ ਨੇ ਦੇਖਿਆ ਕਿ ਇਹ ਬੰਦਾ ਬੜੀ ਜਲਦੀ ਸਫਲ ਹੋ ਗਿਆ ਹੈ, ਬੜੀ ਛੇਤੀ ਇਹਨੂੰ ਮੁਹਾਰਤ ਮਿਲ ਗਈ ਹੈ ਰੱਬ ਦੇ ਘਰ ਦੇ ਵਿੱਚ, ਬੜੀ ਜਲਦੀ ਸਫਲ ਹੋਇਆ ਤੇ ਬੜੇ ਖੁਸ਼ ਹੋਏ। ਕਿਉਂਕਿ ਇੱਕ ਮੁਰਸ਼ਿਦ ਜਿਹੜਾ ਹੈ, ਜਿੱਦਣ ਉਹਦਾ ਕੋਈ ਸ਼ਾਗਿਰਦ ਸਫਲ ਹੁੰਦਾ ਉਹਦੀ ਬੜੀ ਖੁਸ਼ੀ ਉਹਦੇ ਵਿੱਚ ਪੈਦਾ ਹੁੰਦੀ ਹੈ, ਬਹੁਤ ਵੱਡਾ ਖੁਸ਼ ਹੁੰਦਾ।
खुश तो होया, पर उन्होंने एक मुहावरा किया, जिदन पहले दिन आया सी उदन क्या शराब त्यागना है। मुसल्ले ते बहिंदा सी कपड़े ते अज उन्होंने एक बचन किया, कहन लगे सजना जिदन आया से मैं छुड़ाया सी, अज मैं तेनू कहना भी पीवी ना, ते जदों रब नू चेते करन बहना है, जिस कपड़े ते बहना है, एक बूंद उहदे उत्ते डोल लिया कर, इस शराब दे एक बूंद डोलिया कर। वो हैरान हो गया, क्योंकि ये तो बड़ी बड़ी लानत सी जिंदगी दे विच, नशा पीना बड़ी मुश्किल छुटिया सी। बड़ा हैरान हो के हथ जोड़ के खड़ा हो गया, कहन लगे की कह रहे हो, शराब तो बड़ी मुश्किल नाल जीवन छुटिया, हुण कह रहे हो बहन लगिया एक बूंद इस कपड़े ते डोलिया कर। उन्होंने कहा हाँ जरूरत है, मैनू खतरा है कि तेरा जीवन बड़ा उच्चा हो गया है, ते जे एक बूंद डुलेगी ना तेनू चेता रहेगा मैं किन्ने नीवे जीवन विचों उठिया, किते हंकारी ना हो जाए, किते चंगियाई दा अहंकार तेनू फिर मैलिया ना करदा। इस करके जिहड़ा बुराई दी मैल है वो तो जल्दी लै जाती है, जिहड़ी चंगियाई दी मैल है उन्होंने लाउणा बहुत औखा है। बुराई दी मैल जल्दी लैंदी, वो तो बेचारे दा दावा ही कोई नहीं ना, बाहरों आया डरदा होया, पिछे जी मत्था टेकेगा, पिछे बैठ जाएगा, हीन जिहा रहेगा। पर जे चंगियाई है, चंगा है, फिर तो दावेदार है मनुख, पूरी तरह दे नाल दावेदार है, गुरु दे उत्ते भी अधिकार करेगा, इस तरह करो, हुक्म भी देगा। वो चंगियाई है चंगी गल, वो दखलंदाजी करेगा, वो तर्क विच, पर वो दा जिहड़ा चंगियाई है चंगी चीज सी। इनू गुरु साहब ने कहा, और अगों गुरसिखा ने अरदास बनाई, बड़े बड़े कीमती शब्द ने। उन्होंने कहा भी जिन्हां ने देख के अनडिठ किया, ये दो अर्थ बनते हैं। देख के अनडिठ करन दे अर्थ की ने? देख के अनडिठ करन दे अर्थ ने, जे तेरे अंदर चंगियाई आई है तो तेनू दिस पई, ओनू भी देख के अनडिठ कर दे, भुला दे ओनू भी तू बहुत चंगा है, चेते विच ना रखिया कर। इस करके जिन्ने ब्रह्म ज्ञानी होए ने, भगत होए ने, उन्हां आप ऐलान नहीं किया भी इस तरीक तो मैं ब्रह्म ज्ञानी बन गया। उन्होंने लोगों ने आके खबर दी, लोगों ने दसिया भी हुण तुसी हो बन गए हो। लोगों ने उन्होंने कहना शुरू कर दिता, नाम परयो भगत गोबिंद का। ये नाम किवें पै गया? लोगों ने कहना शुरू कर दिता। और फिर वो अरदास करता है, राखो पैज तुम्हारी। ये तुहाडे हथ विच गल आ गई। हुण लोकां ने ते धर दिता नाम भी ये भगत है, ये संत है, गुरमुख है, गुरसिख है, सेवादार है कि जपी तपी है। संसार ने रख दिता नाम, पर मैं अंदर झाती मारी, मेरे विच है कुछ नहीं, उन्होंने फिर भी नहीं दिसदा। थोड़े जिहे ही उंगलों ते गिने जाण वाले गुरमुख ने इस धरती ते, जिन्हां नूं अकाल पुरख पूरा दिखा दिंदा भी उन्हां विच किन्नी कुछ शक्ति, बाकियां दे उत्ते पर्दा पा के रखदा, उन्हां विच हुंदी बहुत है। तां इस तरह सतगुरु ने जो बचन कीते ने कि चंगियाई दा भी एक अहंकार जिहड़ा लाउणा बहुत मुश्किल है। चंगे आदमी दा अहंकार जिहड़ा, तां कर्म, ये तीन चीज़ां जिहड़ियां इकट्ठियां हुंदियां आपां विचार कीती है, सिख गुरु और सिख दे भाग। तां दो रस्ते ने, एक मेहनत दा ते दूसरा है समर्पित होण दा, गुरु दी नज़र उडीकण दा। तां जिहड़ा अज श्लोक है ये पौड़ियां तो बाद आया है। पौड़ियां दा मतलब जिन्हां दे सहारे ते चढ़ के उच्चे जाईदा है, जमीन की खिच जिहड़ी है खत्म हो जाती है। और इसे नूं भाई साहब जी ने कहा, जिहदे विच ओह कहंदे तेरे भागां विच अरशां ते उड़ना।
ਬੰਦੇ ਦੇ ਭਾਗਾਂ ਵਿੱਚ ਕੱਲਾ ਇਹ ਜ਼ਮੀਨੀ ਦੁਨੀਆ ਨਹੀਂ ਸੀ ਵੀ ਸਰੀਰ ਦੇ 4, 5, 6 ਫੁੱਟ ਦੇ ਟੁਕੜੇ ਵਿੱਚ ਫਸ ਕੇ ਜੀਵਨ ਜਿਉਣਾ, ਇਹਦੇ ਤੋਂ ਉੱਚਾ ਉੱਠਣਾ ਸੀ। ਇਹ ਜ਼ਰੂਰਤ ਸੀ ਜ਼ਿੰਦਗੀ ਦੀ। ਤੇਰੇ ਭਾਗਾਂ ਵਿੱਚ ਅਰਸ਼ਾਂ ਤੇ ਉੱਡਣਾ। ਤੇਰਾ ਜੀਵਨ ਸੀ ਕਿਤੇ ਨਦੀ ਕਿਨਾਰੇ, ਤੇਰਾ ਜੀਵਨ ਸੀ ਕਿਤੇ ਜੰਗਲ ਬੇਲੇ। ਤੇਰੇ ਭਾਗਾਂ ਵਿੱਚ ਅਰਸ਼ਾਂ ਤੇ ਉੱਡਣਾ ਤੇ ਗਾਉਂਦਿਆਂ ਫਿਰਨ ਅਕੇਲੇ। ਤੂੰ ਕਿੱਥੇ ਆਣ ਖਲੋਤੀ ਜਿੰਦੇ, ਤੇਰੇ 4 ਸ਼ੁਫੇਰ ਝੁਮੇਲੇ। ਖੇਲੇ ਸਗਲ ਜਗਤ, ਸਾਰਾ ਦੁਨੀਆ ਜਿਹੜੀ ਹੈ ਇਹਦੇ ਵਿੱਚ ਖੇਡ ਰਹੀ ਹੈ। ਤਾਂ ਉੱਚੇ ਉੱਠਣ ਵਾਸਤੇ ਪੌੜੀਆਂ ਦੀ ਲੋੜ ਪੈਂਦੀ ਹੈ। ਜਪਜੀ ਸਾਹਿਬ ਦੀਆਂ ਪੌੜੀਆਂ ਬੰਦੇ ਦੀ ਸੁਰਤ ਨੂੰ ਉੱਚਾ ਚੁੱਕਦੀਆਂ ਨੇ। ਔਰ ਸ਼ਲੋਕ ਦਾ ਮਤਲਬ ਹੈ, ਲੋਕ ਦਾ ਮਤਲਬ ਹੈ ਉਹ ਦੁਨੀਆ। ਸੱਸੇ ਦਾ ਮਤਲਬ ਹੈ ਸੁੰਦਰ, ਜਿਹੜੀ ਬੜੀ ਸੁੰਦਰਤਾ ਦੇ ਨਾਲ ਭਰਪੂਰ ਹੈ। ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਇਸ ਕਰਕੇ ਸ਼ਲੋਕ ਦੇ ਅੰਦਰ ਗੁਰੂ ਸਾਹਿਬ ਨੇ ਕਿਰਪਾ ਕੀਤੀ। ਕਹਿਣ ਲੱਗੇ ਪਵਨ ਗੁਰੂ, ਜਿਹੜਾ ਗੁਰੂ ਸ਼ਬਦ ਹੈ ਨਾ ਉਹ ਪਵਨ ਵਰਗਾ ਹੈ। ਇੱਥੇ ਉਦਾਹਰਨ ਦਿੱਤੀ ਕਿ ਪਵਨ ਨੂੰ ਗੁਰੂ ਨਹੀਂ ਕਿਹਾ। ਇਹਦੇ ਅਰਥ ਇਹ ਨਹੀਂ ਵੀ ਹਵਾ ਗੁਰੂ ਹੈ। ਇਹ ਸਿਰਫ ਇੱਕ ਉਦਾਹਰਨ ਦਿੱਤੀ ਗਈ ਹੈ, ਤਸ਼ਬੀਹ ਦਿੱਤੀ ਗਈ ਹੈ ਵੀ ਜਿਵੇਂ ਸਰੀਰ ਨੂੰ ਪਵਨ ਜ਼ਰੂਰੀ ਹੈ, ਇਸ ਤਰ੍ਹਾਂ ਆਤਮਾ ਨੂੰ ਸ਼ਬਦ ਜ਼ਰੂਰੀ ਹੈ, ਗੁਰੂ ਜ਼ਰੂਰੀ ਹੈ। ਜਿਵੇਂ ਹੁਣ ਸਰੀਰ ਹੈ ਨਾ, ਤਾਂ ਇਹਨੂੰ ਹੋਰ ਕੁਝ ਮਿਲੇ ਨਾ ਮਿਲੇ, ਸਭ ਤੋਂ ਪਹਿਲੀ ਜ਼ਰੂਰੀ ਚੀਜ਼ ਕਿਹੜੀ? ਪਾਣੀ ਤੋਂ ਬੰਦਾ ਥੋੜਾ ਚਿਰ ਕੱਢ ਸਕਦਾ, ਅੰਨ ਪਾਣੀ ਤੋਂ ਬੜਾ ਸਮਾਂ ਕੱਢ ਸਕਦਾ, ਪਰ ਇੱਕ ਚੀਜ਼ ਹੈ ਸਵਾਸ, ਹਵਾ, ਆਕਸੀਜਨ। ਤਾਂ ਆਕਸੀਜਨ ਤੋਂ ਬਿਨਾਂ ਤਾਂ ਇੱਕ ਪਲ ਵੀ ਨਹੀਂ। ਤਾਂ ਜਿਵੇਂ ਬੰਦੇ ਦਾ ਸਰੀਰ ਆਕਸੀਜਨ ਤੋਂ ਬਿਨਾਂ, ਹਵਾ ਤੋਂ ਬਿਨਾਂ ਖਤਮ ਹੋ ਜਾਂਦਾ ਹੈ, ਇਸੇ ਤਰ੍ਹਾਂ ਅੰਦਰਲਾ ਜਿਹੜਾ ਜੀਵਨ ਹੈ ਗੁਰੂ ਤੋਂ ਬਿਨਾਂ ਉਹਦਾ ਖਾਤਮਾ ਹੋ ਜਾਂਦਾ ਹੈ, ਉਹਦੀ ਮੌਤ ਹੋ ਜਾਂਦੀ ਹੈ, ਮ੍ਰਿਤਕ ਹੋ ਜਾਂਦਾ। ਪਵਨ ਗੁਰੂ। ਫਿਰ ਇਹਦੇ ਹੋਰ ਬਹੁਤ ਸਾਰੇ ਉਦਾਹਰਨ ਦਿੱਤੇ ਨੇ ਬਾਣੀ ਦੇ ਵਿੱਚ। ਸ਼ਬਦ ਜਿਹੜਾ ਹੈ ਪਵਨ ਦੁਆਰਾ ਸਫ਼ਰ ਕਰਦਾ ਹੈ, ਆਕਾਸ਼ ਤੱਤ ਦੁਆਰਾ ਪੈਦਾ ਹੁੰਦਾ ਹੈ। ਜਿਵੇਂ ਗਲੇ ਦੇ ਵਿੱਚ ਪਵਨ ਵਹਿੰਦੀ ਹੈ ਨਾਭੀ ਤੋਂ ਲੈ ਕੇ, ਇਹਦੇ ਨਾਲ ਸ਼ਬਦ ਬਣਦਾ ਹੈ। ਤੇ ਜਿਹੜਾ ਅੱਗੇ ਇੱਕ ਤੋਂ ਦੂਸਰੇ ਦੇ ਕੰਨ ਤੱਕ ਜਾਂਦਾ ਸ਼ਬਦ, ਉਹ ਵੀ ਹਵਾ ਕੰਮ ਦਿੰਦੀ ਹੈ। ਹਵਾ ਤੋਂ ਬਿਨਾਂ ਸ਼ਬਦ ਤੁਰ ਨਹੀਂ ਸਕਦਾ। ਪਵਨ ਜਿਹੜਾ ਹੈ ਉਹ ਸ਼ਬਦ ਦਾ ਸਰੀਰ ਹੈ, ਧਿਆਨ ਦੇਣਾ। ਇੱਕ ਤੇ ਲਿਖਤੀ ਸ਼ਬਦ ਹੈ ਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਅੱਖਰਾਂ ਦੇ ਰੂਪ ਦੇ ਅੰਦਰ ਹੈ। ਤਾਂ ਗੁਰੂ ਦਾ ਜਿਹੜਾ ਸਰੀਰ ਹੈ, ਸ਼ਬਦ ਦਾ ਜਿਹੜਾ ਸਰੀਰ ਹੈ, ਉਹ ਪਵਨ ਹੈ। ਇੱਕ ਥਾਂ ਤੋਂ ਦੂਜੇ ਥਾਂ ਤੱਕ ਜਾਣਾ। ਜਿਵੇਂ ਅਸੀਂ ਇੱਥੇ ਆਏ ਹਾਂ ਤੇ ਕਾਹਦੇ ਦੁਆਰਾ ਆਏ? ਇਸ ਦੇਹ ਦੁਆਰਾ। ਅਸੀਂ ਸਿੱਧੇ ਨਹੀਂ ਆ ਸਕਦੇ। ਡਾਇਰੈਕਟ ਆਉਣਾ ਹੋਵੇ ਤਾਂ ਸਿੱਧੇ ਇੱਥੇ ਕਿਵੇਂ ਆਵਾਂਗੇ? ਹੁਣ ਜਿਨ੍ਹਾਂ ਦਾ ਸਰੀਰ ਛੁੱਟ ਗਿਆ ਹੈ, ਚਲੇ ਗਏ ਨੇ, ਕਿਵੇਂ ਆ ਸਕਦੇ ਇੱਥੇ? ਸਰੀਰ ਹੈ ਨਹੀਂ, ਸਾਧਨ ਨਹੀਂ ਹੈ। ਤਾਂ ਜਿਹੜਾ ਸ਼ਬਦ ਹੈ ਨਾ, ਉਹਦਾ ਸਰੀਰ ਹੈ ਪਵਨ, ਹਵਾ ਜਿਹੜੀ ਹੈ, ਉਹਦੇ ਦੁਆਰਾ ਉਹ ਤੁਰ ਕੇ ਇੱਕ ਥਾਂ ਤੋਂ ਦੂਜੇ ਥਾਂ ਤੇ ਜਾਂਦਾ ਹੈ। ਗੁਰੂ ਦੇ ਮੂੰਹ ਤੋਂ ਨਿਕਲਦਾ ਹੈ, ਜਿਵੇਂ 5 ਪਿਆਰੇ ਬੋਲਦੇ ਨੇ, ਤੇ ਸਿੱਖ ਦੇ ਕੰਨਾਂ ਤੱਕ ਜਾਂਦਾ ਹੈ। ਉਹਦੇ ਵਿੱਚ ਪਵਨ ਸਹਾਇਤਾ ਕਰਦੀ ਏ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਵੀ ਸ਼ਬਦ ਦਾ ਸਰੀਰ ਹੈ ਪਵਨ, ਪਵਨ ਗੁਰੂ। ਪਾਣੀ ਪਿਤਾ, ਔਰ ਗੁਰੂ ਪਿਤਾ ਹੈ ਤੇ ਪਾਣੀ ਵਰਗਾ ਹੈ, ਯਾਨੀ ਕਿ ਪਵਿੱਤਰ ਕਰਦਾ ਹੈ, ਬੰਦੇ ਦੇ ਜੀਵਨ ਨੂੰ ਧੋਂਦਾ ਰਹਿੰਦਾ। ਗੁਰੂ ਦੀ ਅਤ ਜ਼ਰੂਰਤ ਹੈ। ਜਿਵੇਂ ਸਰੀਰ ਨੂੰ ਭਾਵੇਂ ਉਹ ਕੋਈ ਕੰਮ ਨਾ ਕਰੇ ਤਾਂ ਵੀ ਉਹਨੂੰ ਪਾਣੀ ਦੀ ਜ਼ਰੂਰਤ ਰਹਿੰਦੀ ਹੈ। ਆਪਣੇ ਆਪ ਮੈਲਾ ਹੋ ਜਾਂਦਾ ਸਰੀਰ, ਕੋਈ ਕਾਰਜ ਨਾ ਕਰੇ, ਕੋਈ ਕੰਮ ਨਾ ਕਰੇ, ਤਾਂ 8 ਪਹਿਰਾਂ ਬਾਅਦ, ਥੋੜੇ ਚਿਰ ਬਾਅਦ ਉਹਨੂੰ ਇਸ਼ਨਾਨ ਜ਼ਰੂਰ ਕਰਨਾ ਪੈਂਦਾ। ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ। ਤਾਂ ਜਿਹੜਾ ਮਨੁੱਖ ਬਿਲਕੁਲ ਵੀ ਠੀਕ ਠਾਕ ਹੈ, ਕੋਈ ਪਾਪ ਨਹੀਂ ਕਰਦਾ, ਅਪਰਾਧੀ ਨਹੀਂ, ਠੀਕ ਠੀਕ ਚੱਲਦਾ ਹੈ, ਉਹਨੂੰ ਵੀ ਗੁਰੂ ਦੀ ਜ਼ਰੂਰਤ ਹੈ। ਉਹਨੂੰ ਵੀ ਗੁਰੂ ਚਾਹੀਦਾ। ਜਿਵੇਂ ਆਦਮੀ ਕੁਝ ਨਾ ਕਰੇ ਤਾਂ ਵੀ ਪਾਣੀ ਦੀ ਜ਼ਰੂਰਤ, ਇਸ ਤਰ੍ਹਾਂ ਮਨੁੱਖ ਕੋਈ ਪਾਪ ਨਾ ਕਰੇ ਤਾਂ ਵੀ ਉਸ ਨੂੰ ਇਹ ਗੁਰੂ ਦੀ ਜ਼ਰੂਰਤ ਹੈ। ਪਾਣੀ ਪਿਤਾ ਮਾਤਾ ਧਰਤ ਮਹੱਤ,
इस सारे संसार की जिहड़ी माँ है, वड्डी माँ, महत दे अर्थ ने महान माता, ਉਹਨੂੰ ਕਹਿੰਦੇ ਨੇ ਧਰਤੀ ਹੈ। ਧਰਤੀ ਦੇ ਵਿੱਚੋਂ ਹੀ ਸਾਰੇ ਸਰੀਰ ਪੈਦਾ ਹੋਏ ਨੇ। ਇੱਕ ਤਾਂ ਉਹ ਮਾਂ ਹੈ ਨਾ ਜਿਹਨੇ ਸਾਨੂੰ ਜਨਮ ਦਿੱਤਾ ਹੈ, ਉਹ ਤਾਂ ਬੜੀ ਛੋਟੀ ਜਿਹੀ ਪ੍ਰਕਿਰਿਆ ਸੀ। ਅਸਲ ਵਿੱਚ ਸਾਰੇ ਸਰੀਰ ਜਿੰਨੇ ਵੀ ਇੱਥੇ ਜੀਵ ਪੈਦਾ ਹੋਏ ਨੇ, 84 ਲੱਖ ਦੀ ਗਿਣਤੀ ਕੀਤੀ ਗਈ ਹੈ, ਉਹ ਸਾਰੇ ਦੇ ਸਾਰੇ ਸਰੀਰ ਜਿਹੜੇ ਧਰਤੀ ਵਿੱਚੋਂ ਆਉਂਦੇ ਨੇ, ਧਰਤੀ ਦੇ ਬਣੇ ਨੇ। ਕਿਉਂਕਿ ਧਰਤੀ ਦੇ ਵਿੱਚੋਂ ਅਨਾਜ ਪੈਦਾ ਹੁੰਦਾ ਹੈ। ਅਨਾਜ ਦੇ ਵਿੱਚ ਹੀ ਜਿਹੜਾ ਹੈ ਅਗਨੀ ਤੱਤ ਹੈ, ਅਨਾਜ ਦੇ ਵਿੱਚ ਮਿੱਟੀ ਤੱਤ ਹੈ। ਸਰੀਰ ਦੇ ਜਿੰਨੇ ਤੱਤ ਨੇ ਉਹ ਸਾਰੇ ਅਨਾਜ ਦੇ ਵਿੱਚ ਨੇ। ਉਹਨਾਂ ਨੂੰ ਖਾ ਕੇ ਉਹਨਾਂ ਦੇ ਰਾਹੀਂ ਹੀ ਨਵੇਂ ਸਰੀਰਾਂ ਦੀ ਉਤਪਤੀ ਹੁੰਦੀ ਹੈ, ਪੈਦਾਇਸ਼ ਹੁੰਦੀ ਹੈ। ਤਾਂ ਸਭ ਤੋਂ ਵੱਡੀ ਧਰਤੀ ਹੈ, ਮਾਤਾ ਹੈ ਜ਼ਮੀਨ, ਧਰਤੀ, ਜਿਹਦੇ ਵਿੱਚੋਂ ਸਾਰੇ ਸਰੀਰ ਬਣੇ ਨੇ। ਮਾਤਾ ਧਰਤ ਮਹਤ। ਅੱਗੇ ਬਚਨ ਕੀਤੇ, ਕਹਿੰਦੇ ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਪਰ ਇੱਥੇ ਜਿਹੜੇ ਜੀਵ ਇਸ ਤਰ੍ਹਾਂ ਪੈਦਾ ਹੋਏ ਨੇ, ਉਹਨਾਂ ਦੇ ਦੁੱਖ ਦਾ ਕਾਰਨ ਹੈ ਕਿ ਉਹਨਾਂ ਨੇ ਸੰਸਾਰ ਨੂੰ ਸਤ ਸਮਝ ਲਿਆ ਹੈ। ਸਤ ਦਾ ਮਤਲਬ ਕਾਇਮ ਰਹਿਣ ਵਾਲਾ ਹੈ। ਇਹਦੇ ਵਿੱਚ ਜੂਝਦੇ ਨੇ, ਇਹਨੂੰ ਸੱਚ ਜਾਣ ਲਿਆ, ਪਰ ਇਹ ਤਾਂ ਖੇਡ ਸੀ। ਕਹਿੰਦੇ ਖੇਲੈ ਸਗਲ ਜਗਤ। ਹੁਣ ਖੇਡ ਦੇ ਅੰਦਰ ਕਿੰਨੇ ਲੋਕ ਜਿੱਤਦੇ ਨੇ, ਕਿੰਨੇ ਲੋਕ ਹਾਰਦੇ ਨੇ, ਪਰ ਉਹਨਾਂ ਦੀ ਜਿੱਤ ਹਾਰ ਅਸਲੀ ਨਹੀਂ ਹੁੰਦੀ। ਇੱਥੇ ਸੰਸਾਰ ਦੇ ਵਿੱਚ ਵੀ ਜਿਹੜੇ ਲੋਕ ਆਪਸ ਵਿੱਚ ਵਿਚਰ ਰਹੇ ਨੇ, ਸਤਿਗੁਰੂ ਕਹਿੰਦੇ ਪੂਰਵ ਜਨਮ ਦੇ ਖਿਡਾਰੀ ਨੇ, ਸਾਰੇ ਆਪਸ ਵਿੱਚ ਮਿਲ ਜਾਂਦੇ ਨੇ। ਕੋਈ ਪਤਾ ਨਹੀਂ ਕਿਹੜੀ ਟੀਮ ਨੇ ਕਿਹਦੇ ਨਾਲ ਖਹਿਣਾ ਹੈ। ਇਹ ਤਾਂ ਜਿਹੜਾ ਇੰਚਾਰਜ ਹੈ ਨਾ ਉਹਨਾਂ ਖੇਡਾਂ ਦਾ, ਉਹ ਜਾਣਦਾ ਹੈ ਵੀ ਕਿਹਨੂੰ ਕਿੱਥੇ ਲਾਉਣਾ ਹੈ, ਕਿਹੜੀ ਟੀਮ ਦੇ ਨਾਲ ਫਿੱਟ ਕਰਨਾ ਹੈ। ਤਾਂ ਜਿਹੜੇ ਇੱਥੋਂ ਜਿੱਤ ਕੇ ਜਾਂਦੇ ਨੇ, ਉਹਨਾਂ ਨੂੰ ਰੱਬ ਦੇ ਘਰ ਵਿੱਚ ਕੁਦਰਤੀ ਤੌਰ ਤੇ ਮੈਡਲ ਮਿਲਦੇ ਨੇ, ਉਹਨਾਂ ਨੂੰ ਸਤਿਕਾਰ ਮਿਲਦਾ ਹੈ। ਜਿਹੜੇ ਇਸ ਥਾਂ ਤੇ ਹਾਰ ਗਏ, ਉਹਨਾਂ ਨੂੰ ਨਮੋਸ਼ੀ ਮਿਲਦੀ ਹੈ, ਉਹਨਾਂ ਦੀ ਆਤਮਾ ਅੰਦਰੋਂ ਦੁੱਖ ਜਾਂਦੀ। ਤਾਂ ਜਿੱਤੇ ਕੌਣ ਨੇ? ਗੁਰੂ ਅਰਜਨ ਦੇਵ ਜੀ ਨੇ ਕਿਹਾ, ਹੋ ਗੋਸਾਈ ਕਾ ਦਾ ਪਹਿਲਵਾਨੜਾ, ਮੈਂ ਗੁਰ ਮਿਲ, ਗੁਰੂ ਨੂੰ ਮਿਲ ਕੇ ਖੇਡਿਆ ਹਾਂ ਸੰਸਾਰ ਵਿੱਚ। ਖੇਡਣ ਦੀ ਜਾਚ ਸਿੱਖੀ ਹੈ। ਉਸਤਾਦ ਤੋਂ ਬਿਨਾਂ ਕੋਈ ਖੇਡ ਨਹੀਂ ਸਕਦਾ। ਗੁਰੂ ਤੋਂ ਬਿਨਾਂ ਧਰਮ ਦੀ ਖੇਡ ਵੀ ਨਹੀਂ ਖੇਡੀ ਜਾ ਸਕਦੀ। ਸਾਹਿਬ ਕਹਿੰਦੇ, ਮੈਂ ਗੁਰਮਿਲ ਊਚ ਦਮਾਲੜਾ, ਸਭ ਹੋਈ ਛਿੰਝ ਇਕੱਠੀਆ, ਦੈ ਬੈਠਾ ਵੇਖੈ ਆਪ ਜੀਓ, ਵਾਤ ਵੱਜਣ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨਿਹਤੇ ਪੰਜ ਜਵਾਨ ਮੈਂ, ਗੁਰ ਥਾਪੀ ਦਿੱਤੀ ਕੰਡ ਜੀਓ। ਫਿਰ ਅੱਗੇ ਬਚਨ ਕੀਤਾ, ਕਹਿਣ ਲੱਗੇ ਸਭ ਇਕੱਠੇ ਹੋਏ ਆਇਆ, ਘਰ ਜਾਸਨ ਵਾਟ ਵਟਾਇਆ। ਜਦੋਂ ਅਖਾੜਾ ਸ਼ੁਰੂ ਹੁੰਦਾ ਹੈ ਤੇ ਪਹਿਲਵਾਨ ਜਦੋਂ ਆਉਂਦੇ ਨੇ, ਉਦੋਂ ਚਿਹਰੇ ਸਾਰਿਆਂ ਦੇ ਇੱਕੋ ਜਿਹੇ, ਸਾਰਿਆਂ ਦੇ ਚਿਹਰੇ ਇੱਕੋ ਜਿਹੇ। ਅਜੇ ਜਿੱਤ ਹਾਰ ਨਹੀਂ ਨਾ ਹੋਈ, ਅਜੇ ਘੁਲਣਾ ਹੈ। ਸਭ ਇਕੱਠੇ ਹੋਏ ਆਇਆ। ਜਦੋਂ ਸੰਸਾਰ ਵਿੱਚ ਲੋਕ ਆਉਂਦੇ ਨੇ ਤੇ ਇੱਕੋ ਜਿਹੇ ਤਰੀਕੇ ਨਾਲ, ਜਿਵੇਂ ਪਹਿਲਵਾਨ ਆਏ, ਸਾਰੇ ਖੁਸ਼ ਸਨ ਵੀ ਅਜੇ ਘੁਲਣਾ ਹੈ, ਕੌਣ ਜਿੱਤੇਗਾ ਕੌਣ ਹਾਰੇਗਾ। ਪਰ ਜਦੋਂ ਘਰ ਜਾਸਣ, ਜਦੋਂ ਖੇਡ ਖਤਮ ਹੋ ਗਈ, ਘੁਲ ਲਿਆ, ਜਦੋਂ ਵਾਪਸ ਮੁੜੇ ਤਾਂ ਉਸ ਵੇਲੇ ਕਹਿੰਦੇ ਵਾਟ ਵਟਾਇਆ, ਉਦੋਂ ਚਿਹਰੇ ਬਦਲ ਗਏ, ਚਿਹਰਿਆਂ ਵਿੱਚ ਫਰਕ ਪੈ ਗਿਆ। ਜਿਹੜੇ ਜਿੱਤ ਗਏ ਸਨ ਉਹਨਾਂ ਦੇ ਚਿਹਰੇ ਨਾਨਕ ਤੇ ਮੁਖ ਉਜਲੇ, ਉਹਨਾਂ ਦੇ ਚਿਹਰੇ ਖੁਸ਼ ਸਨ, ਤੇ ਜਿਹੜੇ ਹਾਰ ਗਏ ਉਹਨਾਂ ਦੇ ਚਿਹਰੇ ਮੁਰਝਾਏ ਹੋਏ ਸਨ। ਇਹਨੂੰ ਕਹਿੰਦੇ ਘਰ ਜਾਸਨ ਵਾਟ ਵਟਾਇਆ। ਜਦੋਂ ਵਾਪਸ ਮੁੜਦਾ ਮਨੁੱਖ ਇਸ ਸੰਸਾਰ ਦੀ ਖੇਡ ਵਿੱਚੋਂ, ਜਿਹੜਾ ਤੇ ਜਿੱਤ ਗਿਆ ਗੁਰੂ ਨੂੰ ਮਿਲ ਕੇ, ਤੇ ਜਿੱਤਿਆ ਉਹ ਗੁਰੂ ਸਾਹਿਬ ਨੇ ਉਹਦੇ ਬਾਰੇ ਵੀ ਅੱਗੇ ਬਚਨ ਕਰ ਦਿੱਤੇ। ਮੈਂ ਵਿੱਚੋਂ ਛੱਡ ਕੇ ਉਸ ਗੱਲ ਨੂੰ ਵੀ ਦੁਹਰਾ ਦਿਆਂ ਵੀ ਜਿੱਤਦੇ ਕੌਣ ਨੇ। ਅਖੀਰਲੀ ਪੰਕਤੀ ਵਿੱਚ ਕਿਹਾ ਕਿਹਨਾਂ ਨੇ ਜਿੱਤਣਾ ਹੈ? ਕਹਿੰਦੇ ਜਿਨੀ ਨਾਮ ਧਿਆਇਆ ਔਰ ਗਏ ਮਸ਼ੱਕਤ ਕਾਲ, ਸਭ ਇਕੱਠੇ ਹੋਏ ਆਇਆ। ਜਿਹੜੇ ਇਸ ਅਖਾੜੇ ਦੇ ਵਿੱਚ ਜਿਹੜੇ ਪਹਿਲਵਾਨ ਮੁਸ਼ੱਕਤ ਕਰਦੇ ਨੇ, ਐਕਸਰਸਾਈਜ਼ ਕਰਦੇ ਨੇ, ਸਰੀਰ ਦੀ ਤਾਕਤ ਨੂੰ ਵਧਾਉਂਦੇ ਨੇ, ਪੂਰੇ ਨਿਯਮ ਸਿੱਖ ਲੈਂਦੇ ਨੇ, ਦਾਉ ਪੇਜ ਵੀ ਕਿਵੇਂ ਘੁਲਣਾ ਹੈ।
ਤਾਂ ਜਿਨ੍ਹਾਂ ਨੇ ਮਿਹਨਤ ਕੀਤੀ, ਜਿਨੇ ਨਾਮ ਧਿਆਇਆ, ਗਏ ਮਸ਼ੱਕਤ ਘਾਲ। ਮਸ਼ੱਕਤ ਦਾ ਮਤਲਬ ਹੈ ਮਿਹਨਤ ਕੀਤੀ ਜਿਨ੍ਹਾਂ ਨੇ, ਮਿਹਨਤ ਤੋਂ ਬਿਨਾਂ ਨਹੀਂ। ਤਾਂ ਇੱਥੇ ਵੀ ਸ਼ਬਦ ਮੁਸ਼ੱਕਤ ਆਇਆ। ਜਿੰਨਾ ਚਿਰ ਆਦਮੀ ਇਸ ਮਾਰਗ ਤੇ ਮਿਹਨਤ ਨਹੀਂ ਕਰਦਾ, ਪ੍ਰਾਪਤੀ ਨਹੀਂ ਹੋ ਸਕਦੀ। ਘਾਲ ਦਾ ਅਰਥ ਹੈ ਘਾਲ ਘਾਲਣੀ, ਯਤਨ ਕਰਨਾ, ਉਦਮ ਕਰਨਾ। ਨਾਨਕ ਤੇ ਮੁਖ ਉਜਲੇ, ਉਹਨਾਂ ਦੇ ਮੂੰਹ ਫਿਰ ਆਪਣੇ ਆਪ ਉਜਲ ਹੋ ਗਏ। ਸਭ ਇਕੱਠੇ ਹੋਏ ਆਇਆ, ਘਰ ਜਾਸਨ ਵਾਟ ਵਟਾਇਆ। ਸਾਹਿਬ ਕਹਿੰਦੇ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਮੂਲ ਦਾ ਮਤਲਬ ਹੁੰਦਾ ਹੈ ਮੂਲ ਪੂੰਜੀ। ਜਿਵੇਂ ਇੱਕ ਪੂੰਜੀਦਾਰ ਜਿਹਦੇ ਕੋਲ ਮਾਇਆ ਹੈ, ਉਹ ਬਾਜ਼ਾਰ ਦੇ ਵਿੱਚ ਜਿਹੜੀ ਪੂੰਜੀ ਲਾਉਂਦਾ ਉਹਦਾ ਮੂਲ ਹੁੰਦਾ ਹੈ। ਜਿਵੇਂ ਉਹਨੇ 1 ਕਰੋੜ ਲਾ ਦਿੱਤਾ, ਉਹ ਮੂਲ ਸੀ। ਇੱਕ ਮੂਲ ਹੈ ਤੇ ਇੱਕ ਵਿਆਜ ਹੈ ਉਹਦੀ, ਜਿਹੜੀ ਉਸ ਮੂਲ ਦੇ ਦੁਆਰਾ ਵੱਧਦੀ ਹੈ। ਪਰ ਜਿਹੜਾ ਆਪਣਾ ਮੂਲ ਹੀ ਖਾ ਗਿਆ ਤੇ ਉਹਨੇ ਵਾਧਾ ਨਾ ਕੀਤਾ, ਇੱਕ ਦਿਨ ਕੰਗਾਲ ਹੋ ਗਿਆ, ਉਹਦੇ ਨਾਲ ਕਾਰੋਬਾਰ ਨਹੀਂ ਕੀਤਾ, ਮੂਲ ਨੂੰ ਖਾਂਦਾ ਰਿਹਾ, ਤਾਂ ਮੂਲ ਖਤਮ ਹੋ ਗਿਆ, ਸਭ ਕੁਝ ਸਮਾਪਤ ਹੋ ਗਿਆ। ਬੰਦੇ ਦਾ ਮੂਲ ਧਨ ਕੀ ਹੈ? ਮੂਲ ਜਿਹੜਾ ਧਨ ਹੈ ਉਹਦਾ ਮਤਲਬ ਹੈ ਕਿ ਬੰਦੇ ਦੇ ਸਵਾਸ ਜਿਹੜੇ ਨੇ, ਇਹ ਜਿੰਨੇ ਸਵਾਸ ਚੱਲ ਰਹੇ ਨਾ, ਮੂਲ ਧਨ ਦੇ ਕੇ ਅੰਦਰ ਪਾ ਕੇ ਘੱਲਿਆ ਰੱਬ ਨੇ। ਇਹਦੇ ਤੋਂ ਵੱਡਾ ਹੋਰ ਕੋਈ ਧਨ ਨਹੀਂ ਹੈ। ਇਹ ਧਨ ਦਿੱਤਾ ਕਿ ਤੇਰੇ ਕੋਲ ਇੰਨੇ ਹਜ਼ਾਰ ਸਵਾਸ, ਇੰਨੇ ਕਰੋੜ ਸਵਾਸ ਤੈਨੂੰ ਮੂਲ ਧਨ ਦੇ ਦਿੱਤਾ ਹੈ। ਇਹ ਧਨ ਹੈ ਬੰਦੇ ਕੋਲ। ਵੈਸੇ ਆਪਣੇ ਆਪ ਨੂੰ ਬੰਦਾ ਕੰਗਾਲ ਸਮਝਦਾ, ਮੇਰੇ ਕੋਲ ਕੀ ਹੈ, ਮੇਰੇ ਪੱਲੇ ਕੀ ਹੈ, ਪਰ ਕਿੰਨੇ ਕਰੋੜ ਸਵਾਸ ਦੇ ਕੇ ਭੇਜਿਆ। ਤਾਂ ਇਸ ਧਨ ਦੇ ਨਾਲ, ਜਿਹੜਾ ਮੂਲ ਧਨ ਹੈ ਸਵਾਸਾਂ ਦਾ, ਇਹਦੇ ਨਾਲ ਜਦੋਂ ਕੋਈ ਸ਼ਬਦ ਨੂੰ ਜੋੜ ਦਿੰਦਾ ਹੈ, ਜਿਹਨੂੰ ਕਿਹਾ ਕਿ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਤਾਂ ਇਹਨਾਂ ਸਵਾਸਾਂ ਦੇ ਨਾਲ ਜਿਹੜਾ ਮਨੁੱਖ ਮੁਸ਼ੱਕਤ ਕਰਦਾ ਹੈ, ਇੱਕ ਇੱਕ ਸਵਾਸ ਉਹਦਾ ਯਾਦ ਵਿੱਚ ਗੁਜ਼ਰਦਾ, ਧਿਆਨ ਵਿੱਚ ਗੁਜ਼ਰਦਾ, ਤਾਂ ਫਿਰ ਇੱਕ ਸਵਾਸ ਦੇ ਨਾਲ ਇਹ ਮੂਲ ਹੈ, ਇਹਦੇ ਨਾਲ ਫਿਰ ਇਹ ਸਵਾਸ ਡਬਲ ਹੋ ਜਾਂਦੇ, ਕਈ ਗੁਣਾ ਵੱਧ ਜਾਂਦੇ ਨੇ, ਜ਼ਿੰਦਗੀ ਲੰਮੀ ਹੋ ਜਾਂਦੀ, ਸਰੀਰਕ ਤੌਰ ਤੇ ਨਹੀਂ, ਵੱਧ ਜਾਂਦਾ। ਤੇ ਜਿਹੜੇ ਇਸ ਸਵਾਸਾਂ ਨੂੰ ਖਾਈ ਜਾ ਰਹੇ ਨੇ, ਯਾਨੀ ਕਿ ਬੇਕਾਰ ਹਵਾ ਛੱਡ ਰਹੇ ਨੇ ਮੂੰਹ ਵਿੱਚੋਂ, ਖਿੱਚ ਖਿੱਚ ਕੇ ਸਵਾਸ ਪੂਰੇ ਕਰ ਰਹੇ ਨੇ ਕਿਸੇ ਤਰ੍ਹਾਂ, ਤਾਂ ਉਹਨਾਂ ਦਾ ਮੂਲ ਜਿਹੜਾ ਖਤਮ ਹੋ ਜਾਂਦਾ। ਤਾਂ ਸਤਿਗੁਰੂ ਨੇ ਕਿਹਾ ਕਿ ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਮੁਖਾਂ ਨੇ ਇਹਦੇ ਵਿੱਚੋਂ ਲਾਹਾ ਦਾ ਅਰਥ ਇਹਨੂੰ ਵਧਾ ਲਿਆ, ਇਹਦੇ ਵਿੱਚੋਂ ਲਾਭ ਲੈ ਲਿਆ। ਤਾਂ ਇਹ ਜਿਹੜਾ ਜਗਤ ਹੈ ਖੇਡ ਰਿਹਾ ਹੈ, ਖੇਲੈ ਸਗਲ ਦਿਵਸ ਰਾਤ ਦੁਇ ਦਾਈ ਦਾਇਆ। ਦਿਨ ਜਿਹੜਾ ਹੈ ਉਹ ਖਿਡਾਵਾ ਹੈ, ਦਿਨੇ ਆਦਮੀ ਜਾਗਦਾ, ਦਿਨ ਉਹਨੂੰ ਸਾਰਾ ਦਿਨ ਖਿਡਾਉਂਦਾ ਹੈ ਕੰਮ ਵਿੱਚ। ਤੇ ਦਾਈ ਦਾ ਮਤਲਬ ਰਾਤ ਨੂੰ ਨੀਂਦ, ਜਿਹੜੀ ਰਾਤ ਜਿਹੜੀ ਉਹ ਲੋਰੀ ਦੇ ਕੇ ਸੁਆ ਦਿੰਦੀ, ਉਹ ਦਾਈ ਦਾ ਕੰਮ ਕਰਦੀ। ਖੇਲੈ ਸਗਲ ਜਗਤ, ਸਾਰਾ ਸੰਸਾਰ ਖੇਡ ਰਿਹਾ ਹੈ, ਇਹ ਸਾਰੀ ਖੇਡ ਹੈ। ਪਰ ਕਿਵੇਂ ਖੇਡਣਾ ਹੈ, ਇਹ ਗੁਰੂ ਤੋਂ ਸਿੱਖਣਾ ਪਏਗਾ। ਗਲਤ ਖੇਡ ਗਿਆ ਤੇ ਜ਼ਿੰਦਗੀ ਬਰਬਾਦ ਹੋ ਗਈ। ਠੀਕ ਠੀਕ ਖੇਡਣਾ ਹੈ। ਇਹਦੇ ਵਿੱਚ ਗਲਤ ਕੌਣ ਖੇਡਦੇ ਨੇ ਔਰ ਠੀਕ ਕੌਣ ਖੇਡਦੇ? ਹਜ਼ੂਰ ਕਹਿੰਦੇ ਚੰਗਿਆਈਆਂ ਬੁਰਿਆਈਆਂ। ਕੁਝ ਲੋਕ ਚੰਗਿਆਈਆਂ ਕਰਦੇ ਨੇ, ਉਹ ਠੀਕ ਖੇਡ ਰਹੇ ਨੇ, ਕੁਝ ਲੋਕ ਬੁਰਿਆਈਆਂ ਕਰਦੇ ਨੇ, ਉਹ ਗਲਤ ਖੇਡ ਰਹੇ ਨੇ। ਜਦੋਂ ਇਹ ਚੰਗਿਆਈਆਂ ਤੇ ਬੁਰਿਆਈਆਂ ਇੱਥੇ ਕਮਾਈਆਂ ਜਾਂਦੀਆਂ, ਤਾਂ ਫਿਰ ਸਾਹਿਬ ਕਹਿੰਦੇ ਵਾਚੈ ਧਰਮ ਹਦੂਰ। ਇੱਥੇ ਕੀਤੀਆਂ ਹੋਈਆਂ ਚੰਗਿਆਈਆਂ ਔਰ ਬੁਰਿਆਈਆਂ ਉਹਦੇ ਜੀਵਨ ਦੇ ਕਾਗਜ਼ ਤੇ ਲਿਖੀਆਂ ਜਾਂਦੀਆਂ ਨੇ। ਔਰ ਵਾਚੈ ਦਾ ਅਰਥ ਹੈ ਪੜ੍ਹਦਾ ਹੈ, ਧਰਮ ਹਦੂਰ, ਧਰਮ ਰਾਜ ਦੀ ਹਜ਼ੂਰੀ ਵਿੱਚ ਉਹਦੇ ਜੀਵਨ ਨੂੰ ਪੜ੍ਹਿਆ ਜਾਂਦਾ, ਵਾਚਿਆ ਜਾਂਦਾ ਹੈ, ਦੇਖਿਆ ਜਾਂਦਾ ਹੈ। ਤੇ ਜਦੋਂ ਦੇਖਦੇ ਨੇ ਫਿਰ ਕਹਿੰਦੇ ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਕਿੰਨਾ ਕੋਈ ਨੇੜੇ ਹੈ, ਕਿੰਨਾ ਕੋਈ ਦੂਰ ਹੈ, ਇਹ ਉਹਦੀ ਭਾਗ ਸ਼ੈਲੀ ਦੇ ਉੱਤੇ ਡਿਪੈਂਡ ਕਰਦਾ ਹੈ। ਭਾਗ ਕਿਵੇਂ ਦੇ ਨੇ, ਕਰਮ ਕਿਵੇਂ ਦੇ ਕਰ ਰਿਹਾ ਹੈ। ਵੈਸੇ ਤਾਂ ਕਰਮ ਫਿਲਾਸਫੀ ਜਿਹੜੀ ਹੈ ਬੜੀ ਜ਼ਬਰਦਸਤ ਹੈ,
गुरु ग्रंथ साहिब जी की बाणी दे विच भी ये गल कही गई। कर्म जिहड़े ने ना इहनूं बड़े ध्यान नाल कहंदे करन दा यतन कर। किहड़ा कर्म जल्दी फलदा है? जिहड़े कर्म दे विच ध्यान ज़्यादा होवे वो कर्म जल्दी उगदा है। असीं कहने आ बई इन्ना धर्म कमाया फलिया नहीं, शरीर द्वारा कमाया है, ध्यान उहदे विच डूंघा नहीं सी, तां उस कर्म दा फल नहीं मिलिया। जिहड़ा दूसरा कर्म है उहदा फल जल्दी मिलदा। संसारक तौर ते कोई भी कर्म है जल्दी हो। तुसीं दूर ना जाओ, बाणी दे शब्द ने, कई शब्द ऐसे ने उन्हां नूं तुसीं 1 साल कंठ करन दा यतन करो, कंठ नहीं होणगे। कई शब्द ऐसे ने सहज सुभाए एक बारी पढ़िया तो परत के कंठ हो गया। कई याद ने। उहदा कारण की है कि जिहड़ा शब्द कंठ नहीं ना हो रहा उहदे विच रुचि नहीं जाग रही, बंदे दा मन नहीं आउंदा उहदे विच। इस करके वो जुबान कली कंठ ते मन ने करना है ना, मन उहदे विच है नहीं। तां कई शब्द जिहड़े ने उन्हां विच मन पूरी रुचि दिखा दिंदा, अंदरों पढ़ जांदा है। जे इक्को वारी पढ़िया परत के पढ़न की जरूरत नहीं, याद हो जांदा। तां जिस कर्म नूं पूरी इकाग्रता दे नाल कीता जांदा वो कर्म जरूर फल दिंदा है। जे धर्म दे कर्म फल नहीं दे रहे, जिहड़े कर्म गुरु साहिब ने कर्म कांड वर्गे नहीं कहे, प्रेम नाल भरे हुए ने, बाणी पढ़नी, सिमरन करना, सेवा करनी, जे वो फल नहीं दे रहा तो किते कमी है करन विच, किते उपरों उपरों कीता जा रहा है। तां कर्मी आपो अपनी कर्म जिहड़ा है कई बारी इस तरह हुंदा है कि बंदे दा पिछला जिहड़ा कर्म भाग है वो बड़ा नास्तिक हुंदा है। गुरु तो दूर गुजरे हुए ने कई साल, हुण नवां नवां शुरू कीता है, इस करके इन्नी जल्दी मन नहीं टिकेगा, बैठ नहीं सकदा, दौड़ जाता है, विचों विचों उठदा है। कर्म अंदरों नूं मजबूर कर जांदे ने। तां इस तरह जिहड़े दूसरे कर्म ने, कई लोग नवे नवे आए, थोड़े चिर दे बड़ी जल्दी कामयाब होए तो उन्हां दे पिछले कर्म लड़ी दे विच किते धर्म दी कमाई पई सी, जिन्हें सहारा दिता, मन टिक गया, गुरु की बख्शिश हो गई। तां कर्मी आपो अपनी के नेड़े के दूर, किन्ना कोई दूर है किन्ना नेड़े, ये भाग ते खड़ा है। ते अखीर ते बचन कीता जिन्नी नाम ध्याया, गए मशक्कत काल, जिन्हां ने नाम नूं ध्याया है ये घालना घाली है। नानक ते मुख उजले, उन्हां दे अपने जीवन उजले हो गए, चढ़दी कला वाले हो गए। और केती छुटी नाल होर भी किन्ने लोग उन्हां दे नाल छुट सकते हैं। उन्हां विच ये कुदरती तौर पर बरकत भरी जाती है कि होर बड़े लोग छुट सकते हैं, पर उहदे विच वो चीज़ फिर कम करे भी छुटेगा वो जिहदे विच छुटण दा सिस्टम भागशैली बन चुकी, दूसरे नहीं छुटणगे। भाग नहीं बने, नहीं दे सकता कोई कुछ, सच है। गुरु दे कोल ते हज़ारां लोग आउंदे, सारिआं नूं इक्को जिहा लाभ क्यों नहीं हुंदा? एक अध्यापक दी क्लास दे अंदर टीचर दे कोल 100 विद्यार्थी पढ़दा है, नंबर घट वध क्यों आउंदे ने? इहदा की कारण है? उन्हां बंदियां दे अंदर विद्यार्थियां दी जिहड़ी अंतरीव स्थिति है ना, पकड़ है जिहड़ी भागशैली जिहड़ी उहदे उत्ते खड़ा, सारिआं नूं इक्को जिहा लाभ नहीं मिलदा। इस करके गुरु कोलों सीधा नहीं मंगना चाहिए, जे ना मिले तो अपनी पड़चोल कर लेनी चाहिए, कि अंदर गल अजे है नहीं, उन्होंने तैयार करना चाहिए। जिदन तैयार हो गया इधर कमी कोई नहीं है, उस वेले सब कुछ मिल सकता है। नानक ते मुख उजले, केती छुट्टी नाल होर भी कई छुट सकते ने। सिर्फ एक दो जिहड़े आदेश ते सह आदेश वाली पौड़ी बची है, बाकी गुरु साहब ने किरपा की, सारी संपन्नता है। कल नूं वो जिहड़े शब्द बचे हैं, आदेश सह आदेश, आद अनील अनाद अनाहत, वो रिकॉर्डिंग रह गए सी, कल नूं उन्हां दी विचार की जाएगी। आओ आनंद साहब की बात पढ़िए, फिर समाप्ति अरदास।